करीबन 21 ਮਿਲੀਅਨ ਕੇਸਿਸ ਹੋ ਚੁੱਕੇ ਆ ਸੰਸਾਰ 'ਚ, ਔਰ ਪਿਛਲੇ ਕੁਝ ਹਫ਼ਤਿਆਂ 'ਚ ਕੇਸਿਸ ਦੀ ਜਿਹੜੀ ਭਰਮਾਰ ਹੈ ਬਹੁਤ ਛੇਤੀ ਵਧੀ ਆ। ਰੂਸ ਕਹਿ ਰਿਹਾ ਵੈਕਸੀਨ ਬਣ ਗਈ ਆ, ਬਾਕੀ ਕਹਿੰਦੇ ਸਾਨੂੰ ਯਕੀਨ ਨਹੀਂ ਵੀ ਇਹ ਹੈਗੀ ਕਿ ਨਹੀਂ। ਵਲਾਦੀਮੀਰ ਪੁਤਿਨ ਹੁਣੇ ਕਹਿੰਦੇ ਮੈਂ ਆਪਣੀ ਬੇਟੀ ਦੇ ਵੀ ਇਹ ਲੱਗ ਚੁੱਕੀ ਹੈ। ਇਹ ਹੁਣ ਯਕੀਨ ਆ ਜੀ ਇਸ ਵੇਲੇ ਦੁਨੀਆ ਨੂੰ ਕਿ ਵੈਕਸੀਨ ਆ ਗਈ ਆ ਜਾਂ ਅਜੇ ਵੀ ਨਹੀਂ? ਦੇਖੋ, ਰੂਸ ਜੋ ਕਹਿ ਰਿਹਾ ਪਿਛਲੇ 2-3 ਦਿਨਾਂ ਤੋਂ ਸਾਰਿਆਂ ਨੂੰ ਪਤਾ, ਲੇਕਿਨ ਅਗਰ ਉਹਦਾ ਆਪਾਂ ਪਿਛੋਕੜ ਦੇਖੀਏ ਤਾਂ ਸਿਰਫ 2 ਮਹੀਨੇ ਦੀ ਉਹਨਾਂ ਦੀ ਕਲੀਨਿਕਲ ਟ੍ਰਾਇਲ ਜਿਹੜੀ ਫੇਜ਼ 1 ਆ ਉਹ ਹੋਈ। ਜਿਹੜਾ ਫੇਜ਼ 3 ਟ੍ਰਾਇਲ ਹੁੰਦਾ ਬਹੁਤ ਜ਼ਰੂਰੀ ਹੁੰਦਾ, ਕਿਉਂਕਿ ਉਹ 'ਚ 30 ਤੋਂ 50 ਹਜ਼ਾਰ ਵਿਅਕਤੀਆਂ ਨੂੰ ਉਹੀ ਵੈਕਸੀਨ ਦਿੱਤੀ ਜਾਂਦੀ ਆ ਤੇ ਉਹਦਾ ਦੇਖਿਆ ਜਾਂਦਾ ਵੀ ਕਿੰਨੀ ਐਂਟੀਬਾਡੀਜ਼ ਬਣਾਉਂਦਾ, ਕਿਹੜਾ ਡੋਜ਼ ਮੁਕੰਮਲ ਆ, ਕਿੰਨੇ ਡੋਜ਼ ਦੇਣੇ ਚਾਹੀਦੇ ਆ ਤੇ ਸਾਈਡ ਇਫੈਕਟ ਕੀ ਆ। ਕਿਉਂਕਿ ਟ੍ਰੈਡੀਸ਼ਨਲੀ ਵੈਕਸੀਨ ਬਣਾਉਣ ਨੂੰ ਇੱਕ ਪ੍ਰੋਟੋਕਾਲ ਚਾਹੀਦਾ ਵੀ ਜਦ ਤੱਕ 3 ਉਹਦੇ ਕਲੀਨਿਕਲ ਫੇਜ਼ਸ ਪੂਰੇ ਨਹੀਂ ਹੁੰਦੇ ਉਦੋਂ ਤੱਕ ਵੈਕਸੀਨ ਨੂੰ ਕਦੀ ਵੀ ਮਾਨਤਾ ਨਹੀਂ ਮਿਲਦੀ। ਸੋ ਹੁਣ ਕੈਨੇਡਾ ਦੀ ਜਿਹੜੀ ਸੰਧੀ ਹੈਗੀ ਮੋਡਰਨਾ ਦੇ ਨਾਲ, ਉਹਨਾਂ ਨੇ ਆਲਰੇਡੀ ਪੈਸੇ ਦੇ ਦਿੱਤੇ ਬਿਆਨਾ, ਤੇ ਮੋਡਰਨਾ ਦੀ ਵੀ ਜਿਹੜੀ ਟ੍ਰਾਇਲਸ ਆ ਉਹ ਨਵੇਂ ਸਾਲ ਤੋਂ ਪਹਿਲਾਂ ਪੂਰੀ ਨਹੀਂ ਹੋਣੀ, ਭਾਵੇਂ ਜਿੰਨਾ ਮਰਜ਼ੀ ਆਪਾਂ ਜ਼ੋਰ ਲਾ ਲਈਏ। ਤੇ ਅਮਰੀਕਾ 5.3 ਜਾਂ 5.4 ਦੇ ਲਾਗੇ ਚਾਗੇ ਅੱਪੜ ਗਿਆ ਮਿਲੀਅਨ, ਜਿਹੜਾ ਬ੍ਰਾਜ਼ੀਲ ਹੈ 3 ਮਿਲੀਅਨ ਤੋਂ ਟੱਪ ਗਿਆ, ਰੂਸ 2.5 ਮਿਲੀਅਨ, ਜਿਹੜਾ ਹਿੰਦੁਸਤਾਨ 2.5 ਮਿਲੀਅਨ ਦੇ ਲਾਗੇ ਚਾਗੇ ਪਹੁੰਚ ਗਿਆ। ਫਿਰ ਥਰਡ ਫੇਜ਼ ਦਾ ਹੋਣਾ, ਫਿਰ ਤੁਸੀਂ ਕਹਿੰਦੇ ਜੇ ਆ ਵੀ ਗਈ ਉਹਦੇ ਬਾਅਦ ਵੀ ਇਹ ਕੋਈ ਸਿਲਵਰ ਬੁਲਟ ਨਹੀਂ ਆ, ਹੁਣ ਫਿਰ ਮਤਲਬ ਕੀ ਹੋਊਗਾ ਜੀ? ਵੀ ਇਦਾਂ ਹੀ ਰਹੂਗਾ ਸਾਰਾ ਕੁਝ ਜਿੱਦਾਂ ਹੈਗਾ ਹੀ ਆ? ਵੀ ਹੁਣ ਮੈਂ ਇੱਕ ਗੱਲ ਹੋਰ ਦੱਸਾਂ, ਹੁਣ ਮੋਡਰਨਾ ਨੇ ਜਿਹੜੀ ਹੈਗੀ ਆ ਬਹੁਤ ਸੋਹਣਾ ਰਿਸਰਚ ਪਬਲਿਸ਼ ਕੀਤਾ। ਅਸੀਂ ਆਲਰੇਡੀ ਕੈਨੇਡਾ ਉਹਦਾ ਪੈਸੇ ਵੀ ਉਹਨਾਂ ਨੂੰ ਬਿਆਨਾ ਦੇ ਚੁੱਕਿਆ, ਲੇਕਿਨ ਉਹ ਵੈਕਸੀਨ ਫਿਰ ਹੈਲਥ ਕੈਨੇਡਾ 'ਚ ਆਊਗੀ, ਫਿਰ ਰਿਵਿਊ ਹੋਊਗੀ, ਉਹਦਾ ਡੇਟਾ ਕਿੱਦਾਂ, ਫਿਰ ਉਹ ਪਾਸ ਹੋਊਗੀ। ਜੋ ਡਾਕਟਰ ਬੌਨੀ ਹੈਨਰੀ ਕਹਿੰਦੇ ਸੀ, ਸੈਂਟਰ ਫॉर ਡਿਜ਼ੀਜ਼ ਕੰਟਰੋਲ ਕਹਿੰਦੇ ਸੀ, ਔਰ ਉਹੀ ਸਾਨੂੰ ਕਈ ਵਾਰੇ ਕਰਨਾ ਪਊਗਾ ਅਗਰ ਵੈਕਸੀਨ ਆ ਵੀ ਜਾਏ ਉਹਦੇ ਬਾਵਜੂਦ ਵੀ। ਅਮਰੀਕਾ ਦਾ ਕੀ ਬਣੂਗਾ ਜੀ? ਲਗਾਤਾਰ ਕੇਸਿਸ ਵਧੀ ਜਾਂਦੇ ਆ, ਕੱਲ ਮੌਤਾਂ ਦੀ ਗਿਣਤੀ ਦੇ ਵਿੱਚ ਵਾਧਾ ਹੋ ਗਿਆ ਉੱਥੇ। ਇਹ ਤਾਂ ਜਦੋਂ ਦੀ ਜਿਹੜੀ ਇਹ ਪੈਂਡੈਮਿਕ ਸ਼ੁਰੂ ਹੋਈ ਆ ਉਦੋਂ ਤੋਂ ਲੈ ਕੇ ਹੁਣ ਤੱਕ ਉੱਥੇ ਕੇਸਿਸ ਘਟ ਹੀ ਨਹੀਂ ਰਹੇ, ਥੋੜਾ ਚਿਰ ਘਟਦੇ ਆ ਫਿਰ ਉੱਪਰ ਨੂੰ ਜਾਣੇ ਸ਼ੁਰੂ ਹੋ ਜਾਂਦੇ ਆ। ਅਮਰੀਕਾ ਦੇਖੋ, ਉੱਥੇ ਵਿੱਚ ਯੂਨੀਵਰਸਲ ਹੈਲਥ ਕੇਅਰ ਨਹੀਂ ਹੈ। ਕੋਵਿਡ-19 ਬਾਰੇ ਕੀ ਅਪਡੇਟ ਆਇਆ ਇਸ ਵੇਲੇ? ਕੁਝ ਖਬਰਾਂ ਦੋਸਤੋ ਜਿਹੜੀਆਂ ਸਾਡੇ ਕੋਲ ਆ ਰਹੀਆਂ ਨੇ, ਜਿਹਦੇ ਵਿੱਚ ਕਿ ਬ੍ਰਿਟਿਸ਼ ਕੋਲੰਬੀਆ ਨੇ ਪਹਿਲੇ ਸਮੇਂ ਦੇ ਵਿੱਚ ਬਹੁਤ ਵੱਡਾ ਕੰਟਰੋਲ ਕੀਤਾ ਇਸ ਵਾਇਰਸ ਦੇ ਉੱਤੇ। ਬਹੁਤ ਬਾਕੀ ਜਿਹੜੇ ਸੂਬੇ ਸੀਗੇ ਉਹਨਾਂ ਨਾਲੋਂ ਵੀ ਚੰਗੀ ਤਰ੍ਹਾਂ ਇੱਥੇ ਨਿਯੰਤਰਣ ਦੇ ਵਿੱਚ ਰਿਹਾ, ਕੇਸਿਸ ਘਟਦੇ ਰਹੇ। ਪਰ ਹੁਣ ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਕੇਸਾਂ ਦੇ ਵਿੱਚ ਵਾਧਾ ਹੋ ਰਿਹਾ, ਕਦੇ 30, 40, ਕਦੇ 80, 85 ਤੱਕ ਗੱਲ ਚਲੀ ਗਈ, ਔਰ ਜਿਸ ਹਿਸਾਬ ਨਾਲ ਇਹ ਵੱਧ ਰਹੇ ਆ, ਲੱਗਦਾ ਆਉਣ ਵਾਲੇ ਦਿਨਾਂ ਦੇ ਵਿੱਚ ਇੱਕ ਵਾਰੀ ਫੇਰ ਜਿਹੜੀ ਬੁਰੀ ਹਾਲਤ ਹੋਊਗੀ। ਔਰ ਇਸ ਗੱਲ ਦੇ ਉੱਤੇ ਖਾਸ ਕਰ ਸਾਡੇ ਜਿਹੜੇ ਸੂਬੇ ਦੇ ਪ੍ਰੀਮੀਅਰ ਨੇ, ਮੁੱਖ ਮੰਤਰੀ ਨੇ ਜੌਨ ਹੌਰੀਗਨ, ਉਹਨਾਂ ਨੇ ਵੀ ਚਿੰਤਾ ਪ੍ਰਗਟ ਕੀਤੀ ਹੈ। ਵੱਖ-ਵੱਖ ਅਧਿਕਾਰੀ ਵੀ ਇਹਦੇ ਪ੍ਰਤੀ ਚਿੰਤਤ ਨੇ। ਹੁਣ ਇਹਦਾ ਕੀ ਆਉਣ ਵਾਲੇ ਸਮੇਂ ਦੇ ਵਿੱਚ ਬਣਨਾ, ਇਸ ਵੇਲੇ ਵੈਕਸੀਨ ਬਾਰੇ ਕੀ ਅਪਡੇਟ ਆ, ਇਹਨਾਂ ਮੁੱਦਿਆਂ ਦੇ ਤੁਸੀਂ ਗੱਲਬਾਤ ਕਰਨੀ ਹੈ ਡਾਕਟਰ ਪ੍ਰਗਟ ਸਿੰਘ ਭੁਰਜੀ ਉਹਨਾਂ ਨਾਲ। ਡਾਕਟਰ ਸਾਹਿਬ ਸਾਡੇ ਨਾਲ ਨੇ, ਉਹਨਾਂ ਦੇ ਨਾਲ ਆਪਾਂ ਗੱਲਬਾਤ ਕਰਦੇ ਹਾਂ। ਡਾਕਟਰ ਸਾਹਿਬ ਬਹੁਤ ਬਹੁਤ ਸਵਾਗਤ ਹੈ ਜੀ ਆਇਆਂ ਨੂੰ। ਬਹੁਤ ਬਹੁਤ ਧੰਨਵਾਦ ਜਸਕਰਨ ਜੀ, ਤੇ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ, ਨਮਸਤੇ, ਸਲਾਮ ਵਾਲੇਕੁਮ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਡਾਕਟਰ ਸਾਹਿਬ, ਇੱਕ ਸਭ ਤੋਂ ਪਹਿਲਾਂ ਸਾਨੂੰ ਅਪਡੇਟ ਦੱਸਿਓ ਜੀ ਵੀ ਰੂਸ ਕਹਿ ਰਿਹਾ ਵੈਕਸੀਨ ਬਣ ਗਈ ਆ, ਬਾਕੀ ਕਹਿੰਦੇ ਸਾਨੂੰ ਯਕੀਨ ਨਹੀਂ ਵੀ ਇਹ ਹੈਗੀ ਕਿ ਨਹੀਂ। ਵਲਾਦੀਮੀਰ ਪੁਤਿਨ ਹੁਣੇ ਕਹਿੰਦੇ ਮੈਂ ਆਪਣੀ ਬੇਟੀ ਦੇ ਵੀ ਇਹ ਲੱਗ ਚੁੱਕੀ ਹੈ। ਇਹ ਹੁਣ ਯਕੀਨ ਆ ਜੀ ਇਸ ਵੇਲੇ ਦੁਨੀਆ ਨੂੰ ਕਿ ਵੈਕਸੀਨ ਆ ਗਈ ਆ ਜਾਂ ਅਜੇ ਵੀ ਨਹੀਂ ਜੀ? ਦੇਖੋ, ਰੂਸ ਜੋ ਕਹਿ ਰਿਹਾ ਪਿਛਲੇ 2-3 ਦਿਨਾਂ ਤੋਂ ਸਾਰਿਆਂ ਨੂੰ ਪਤਾ, ਲੇਕਿਨ ਅਗਰ ਉਹਦਾ ਆਪਾਂ ਪਿਛੋਕੜ ਦੇਖੀਏ ਤਾਂ ਸਿਰਫ 2 ਮਹੀਨੇ ਦੀ ਉਹਨਾਂ ਦੀ ਕਲੀਨਿਕਲ ਟ੍ਰਾਇਲ ਜਿਹੜੀ ਫੇਜ਼ 1 ਆ ਉਹ ਹੋਈ ਆ। ਜਿਹੜੀ ਉਹਨਾਂ ਦੀ ਫੇਜ਼ 3 ਟ੍ਰਾਇਲ ਹੈ ਜੇ ਸ਼ੁਰੂ ਹੋਣੀ ਹੈ ਐਕਚੁਅਲੀ, ਉਹ ਉਹਨਾਂ ਨੇ ਹਿੰਦੁਸਤਾਨ, ਬ੍ਰਾਜ਼ੀਲ, ਫਿਲੀਪੀਨਸ ਤੇ ਯੂਨਾਈਟਿਡ ਅਰਬ ਐਮਿਰੇਟਸ ਤੇ ਕੁਝ ਕੰਟਰੀਆਂ ਦੇ ਨਾਲ ਸੰਪਰਕ ਕੀਤਾ। ਜਿਹੜਾ ਫੇਜ਼ 3 ਟ੍ਰਾਇਲ ਹੁੰਦਾ ਬਹੁਤ ਜ਼ਰੂਰੀ ਹੁੰਦਾ, ਕਿਉਂਕਿ ਉਹ 'ਚ 30 ਤੋਂ 50 ਹਜ਼ਾਰ ਵਿਅਕਤੀਆਂ ਨੂੰ ਉਹੀ ਵੈਕਸੀਨ ਦਿੱਤੀ ਜਾਂਦੀ ਆ ਤੇ ਉਹਦਾ ਦੇਖਿਆ ਜਾਂਦਾ ਵੀ ਕਿੰਨੀ ਐਂਟੀਬਾਡੀਜ਼ ਬਣਾਉਂਦਾ, ਕਿਹੜਾ ਡੋਜ਼ ਮੁਕੰਮਲ ਆ, ਕਿੰਨੇ ਡੋਜ਼ ਦੇਣੇ ਚਾਹੀਦੇ ਆ ਤੇ ਸਾਈਡ ਇਫੈਕਟ ਕੀ ਆ। ਹੁਣ ਦੇਖੋ, ਕਾਲੀ 'ਚ ਹੁਣ 2 ਮਹੀਨੇ 'ਚ ਵੈਕਸੀਨ ਤੋੜ ਦਿੱਤੀ ਆ। ਇਹਦੇ ਵਿੱਚ ਅਮਰੀਕਾ ਦੇ, ਜਰਮਨੀ ਦੇ, ਸਪੇਨ ਦੇ, ਕੈਨੇਡਾ ਦੇ, ਔਰ ਜਿਹੜੇ ਵਾਇਰਸ ਦੇ ਮਾਹਿਰ ਹੈ ਔਰ ਵੈਕਸੀਨ ਬਣਾਉਣ ਵਾਲੀ ਜਿਹੜੀ ਸੰਸਥਾਵਾਂ ਉਹ ਚਿੰਤਿਤ ਨੇ, ਕਿਉਂਕਿ ਟ੍ਰੈਡੀਸ਼ਨਲੀ ਵੈਕਸੀਨ ਬਣਾਉਣ ਨੂੰ ਇੱਕ ਪ੍ਰੋਟੋਕਾਲ ਚਾਹੀਦਾ ਵੀ ਜਦ ਤੱਕ 3 ਉਹਦੇ ਕਲੀਨਿਕਲ ਫੇਜ਼ਸ ਪੂਰੇ ਨਹੀਂ ਹੁੰਦੇ ਉਦੋਂ ਤੱਕ ਵੈਕਸੀਨ ਨੂੰ ਕਦੀ ਵੀ ਮਾਨਤਾ ਨਹੀਂ ਮਿਲਦੀ।
ਸੋ ਹੁਣ ਕੈਨੇਡਾ ਦੀ ਜਿਹੜੀ ਸੰਧੀ ਹੈਗੀ ਮੋਡਰਨਾ ਦੇ ਨਾਲ, ਉਹਨਾਂ ਨੇ ਆਲਰੇਡੀ ਪੈਸੇ ਦੇ ਦਿੱਤੇ ਆ ਬਿਆਨਾ, ਤੇ ਮੋਡਰਨਾ ਦੀ ਵੀ ਜਿਹੜੀ ਟ੍ਰਾਇਲਸ ਆ ਉਹ ਨਵੇਂ ਸਾਲ ਤੋਂ ਪਹਿਲਾਂ ਪੂਰੀ ਨਹੀਂ ਹੋਣੀ, ਭਾਵੇਂ ਜਿੰਨਾ ਮਰਜ਼ੀ ਆਪਾਂ ਜ਼ੋਰ ਲਾ ਲਈਏ, ਕਿਉਂਕਿ 30,000 ਆਵਾਮ ਨੂੰ ਲਾਉਣੀ ਵੈਕਸੀਨ। ਉਹਦੇ ਬਾਅਦ ਉਹਨਾਂ ਦੇ ਬਲੱਡ ਟੈਸਟ ਕਰਨੇ ਆ, ਪਤਾ ਨਹੀਂ 1 ਡੋਜ਼ ਲੱਗਦਾ, 2 ਲੱਗਦੇ, 3 ਲੱਗਦੇ ਆ, ਐਂਟੀਬਾਡੀ ਕਿੱਦਾਂ ਬਣਦੀ ਆ। ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਇਹਨਾਂ ਨੂੰ ਟਾਈਮ ਲੱਗਦਾ। ਦੂਜੀ ਗੱਲ, ਵੈਕਸੀਨ ਜਿਹੜਾ ਹੈਗਾ ਉਹ ਸਮੱਸਿਆ ਦਾ 100% ਸੋਲੂਸ਼ਨ ਜਾਂ ਸਮਾਧਾਨ ਨਹੀਂ ਹੈਗਾ, ਜਿਹਨੂੰ ਆਪਾਂ ਕਹਿੰਦੇ ਆ ਸਿਲਵਰ ਬੁਲੇਟ। ਕੋਵਿਡ ਜਾਂ ਕਰੋਨਾ ਜਾਂ ਇਹ ਜਿਹੜਾ ਵਾਇਰਸ ਹੈਗਾ ਇਹ ਸਾਡੇ ਨਾਲ ਕੁਝ ਸਾਲ ਤਾਂ ਰਹੂਗਾ। ਸੋ ਬੈਸਟ ਇਹੀ ਆ ਵੀ ਸਾਨੂੰ ਮਾਸਕ ਲਾਈਏ ਜਦੋਂ ਆਪਾਂ ਬਾਹਰ ਜਾਂਦੇ ਆ, ਸੰਗਰੀ ਗੈਦਰਿੰਗ 'ਚ ਨਾ ਜਾਈਏ, ਹੈਂਡ ਵਾਸ਼ਿੰਗ ਕਰੀਏ, ਤੇ 6 ਤੋਂ 8 ਫੁੱਟ ਦਾ ਫਿਜ਼ੀਕਲ ਡਿਸਟੈਂਸ ਘੱਟ ਤੋਂ ਘੱਟ ਰੱਖਣ ਦੀ ਕੋਸ਼ਿਸ਼ ਕਰੀਏ। ਕਰੀਬਨ 21 ਮਿਲੀਅਨ ਕੇਸਿਸ ਹੋ ਚੁੱਕੇ ਸੰਸਾਰ 'ਚ, ਔਰ ਪਿਛਲੇ ਕੁਝ ਹਫ਼ਤਿਆਂ 'ਚ ਕੇਸਿਸ ਦੀ ਜਿਹੜੀ ਭਰਮਾਰ ਹੈ ਬਹੁਤ ਛੇਤੀ ਵਧੀ ਆ, ਤੇ ਅਮਰੀਕਾ 5.3 ਜਾਂ 5.4 ਦੇ ਲਾਗੇ ਚਾਗੇ ਅੱਪੜ ਗਿਆ ਮਿਲੀਅਨ, ਜਿਹੜਾ ਬ੍ਰਾਜ਼ੀਲ ਹੈ 3 ਮਿਲੀਅਨ ਤੋਂ ਟੱਪ ਗਿਆ, ਰੂਸ 2.5 ਮਿਲੀਅਨ, ਜਿਹੜਾ ਹਿੰਦੁਸਤਾਨ 2.5 ਮਿਲੀਅਨ ਦੇ ਲਾਗੇ ਚਾਗੇ ਪਹੁੰਚ ਗਿਆ। ਹੁਣ ਕੈਨੇਡਾ ਦੇ ਵਿੱਚ ਸਾਡਾ ਜਿਹੜਾ ਬ੍ਰਿਟਿਸ਼ ਕੋਲੰਬੀਆ ਦਾ ਮਾਡਲ ਸੀ ਉਹਦੀ ਪ੍ਰਸ਼ੰਸਾ ਸੰਸਾਰ ਭਰ 'ਚ ਹੁੰਦੀ ਸੀ, ਨਿਊਯਾਰਕ ਦੇ ਵਿੱਚ ਵੀ ਗੁਣ ਗਾਏ ਗਏ। ਸਾਡੇ ਜਿਹੜੇ ਚੀਫ ਮੈਡੀਕਲ ਆਫੀਸਰ ਨੇ ਡਾਕਟਰ ਬੌਨੀ ਹੈਨਰੀ, ਔਰ ਬਹੁਤ ਸੋਹਣਾ ਕੰਮ ਕਰ ਰਹੇ ਨੇ। ਲੇਕਿਨ ਟਰਬਲ ਇਹ ਹੈਗੀ ਆ ਵੀ ਹਰ ਇੱਕ ਵਿਅਕਤੀ ਜਿਹੜਾ ਰੂਲਸ ਓਬੇ ਨਹੀਂ ਕਰ ਰਿਹਾ, ਖਾਸ ਕਰਕੇ ਜਿਹੜਾ ਯੁਵਾ ਵਰਗ ਆ, ਔਰ ਜਿਹੜਾ 19 ਸਾਲ ਤੋਂ ਲੈ ਕੇ ਕਰੀਬਨ 35-36 ਸਾਲ ਤੱਕ ਵਾਲਾ, ਉਹ ਕੇਅਰ ਨਹੀਂ ਕਰ ਰਿਹਾ। ਉਹ ਕਹਿੰਦਾ ਅਸੀਂ ਤਾਂ ਸਮਰ ਮਨਾਉਣੀ ਆ ਭਾਵੇਂ ਜੋ ਮਰਜ਼ੀ ਹੋ ਜਾਏ। ਉਹ ਪਾਰਟੀਆਂ ਕਰ ਰਹੇ ਆ, ਬੱਸ ਦੇ ਵਿੱਚ ਪਾਰਟੀਆਂ ਚੱਲ ਰਹੀਆਂ, ਹਾਲਾਂ ਦੇ ਵਿੱਚ, ਪ੍ਰਾਈਵੇਟ ਘਰਾਂ ਦੇ ਵਿੱਚ, ਬੀਚਿਸ ਦੇ ਉੱਤੇ, ਰਿਜ਼ੋਰਟਸ ਦੇ ਉੱਤੇ। ਫਿਰ ਉਹ ਫਿਜ਼ੀਕਲ ਡਿਸਟੈਂਸ ਨਹੀਂ ਰੱਖਦੇ, ਉਹਨਾਂ ਦੇ ਹਾਰਮੋਨਸ ਵੀ ਹੈਗੇ ਆ, ਉਹ ਨੇੜਤਾ ਬਹੁਤ ਰੱਖਦੇ ਆ। ਸੋ ਜਿਹੜੀ ਆ 85 ਕੇਸਿਸ ਕੱਲ ਦਰਜ ਹੋਏ ਆ, ਉਹ ਬਹੁਤਾ ਕਰਕੇ ਯੂਥ ਦੇ ਵਿੱਚ ਆ। ਚਿੰਤਾ ਜ਼ਰੂਰ ਹੈਗੀ ਆ, ਕਿਉਂਕਿ ਉਹ 85 ਕੇਸਿਸ ਤੋਂ ਗਾਂ ਅਗਰ ਚੇਨ ਰਿਐਕਸ਼ਨ ਸਪਰੈਡ ਹੁੰਦਾ ਤਾਂ ਫਿਰ ਉਹੀ ਕੰਡੀਸ਼ਨ 'ਚ ਆਪਾਂ ਜਾ ਸਕਦੇ ਜਿੱਦਾਂ ਪਹਿਲੋਂ ਸੀ, ਕਰੀਬਨ ਮਾਰਚ ਅਪ੍ਰੈਲ ਦੇ ਟਾਈਮ। ਸੋ ਇਸ ਲਈ ਡਾਕਟਰ ਬੌਨੀ ਹੈਨਰੀ ਔਰ ਮਾਨਯੋਗ ਸਿਹਤ ਮੰਤਰੀ ਡਾਕਟਰ ਐਡਰੀਅਨ ਡਿਕ ਸਾਹਿਬ ਨੇ, ਇਹਨਾਂ ਨੇ 500 ਨਵੇਂ ਹੈਲਥ ਕੇਅਰ ਵਰਕਰ ਵੀ ਹਾਇਰ ਕਰਨ ਦੀ ਘੋਸ਼ਣਾ ਕੀਤੀ ਆ, ਵੀ ਜਿਹੜੇ ਟ੍ਰੇਸਿੰਗ ਕਰ ਸਕਣ ਵੀ ਇਹ ਜਿਹੜੇ ਨਵੇਂ ਕੇਸਿਸ ਆਏ ਆ ਵੀ ਕਿੰਨੇ ਨਾਲ ਮਿਲੇ ਆ, ਉਹਨਾਂ ਨੂੰ ਕਿੱਦਾਂ ਆਈਸੋਲੇਸ਼ਨ ਕਰੀਏ ਤਾਂ ਕਿ ਚੇਨ ਰਿਐਕਸ਼ਨ ਜਿਹੜਾ ਇਹਦਾ ਤੋੜ ਸਕੀਏ। ਹਸਪੀਟਲ ਤੇ ਜਨਤਾ ਘਟ ਜਾ ਰਹੀ ਹੈ, ਚੰਗੀ ਗੱਲ ਹੈਗੀ ਆ, ਲੇਕਿਨ ਇਹ ਵਾਇਰਸ ਪਹਿਲਾਂ ਜਿਹੜਾ ਬਜ਼ੁਰਗਾਂ 'ਚ ਅਸੀਂ ਸ਼ਿਫਟ ਹੋ ਕੇ ਹੁਣ ਯੰਗ ਪੋਪੂਲੇਸ਼ਨ 'ਚ ਆ ਰਿਹਾ। ਲੇਕਿਨ ਇਹ ਸਾਨੂੰ ਨਹੀਂ ਭੁੱਲਣਾ ਚਾਹੀਦਾ, ਮੈਂ ਬਾਰ-ਬਾਰ ਕਹਿੰਦਾ ਵਾਇਰਸ ਕਿੱਥੇ ਨਹੀਂ ਜੋ ਗਿਆ, ਇਹ ਕਮਿਊਨਿਟੀ 'ਚ ਹੈਗਾ, ਇਹਨੇ ਰਹਿਣਾ। ਇਸ ਤੋਂ ਸਾਨੂੰ ਬਚਾਓ ਦੇ ਤੌਰ ਤੇ ਹੀ ਆਪਾਂ ਇਸ ਤੋਂ ਬਚ ਸਕੀਏ ਤੇ ਚੰਗੀ ਗੱਲ ਹੈ। ਨਹੀਂ ਵੀ ਉਹਦਾ 3 ਫੇਜ਼ ਟ੍ਰਾਇਲ ਨਹੀਂ ਹੋਇਆ, ਫਿਰ 3rd ਫੇਜ਼ ਦਾ ਹੋਣਾ, ਫਿਰ ਤੁਸੀਂ ਕਹਿੰਦੇ ਜੇ ਆ ਵੀ ਗਈ ਉਹਦੇ ਬਾਅਦ ਵੀ ਇਹ ਕੋਈ ਸਿਲਵਰ ਬੁਲਟ ਨਹੀਂ ਆ, ਹੁਣ ਫਿਰ ਮਤਲਬ ਕੀ ਹੋਊਗਾ ਜੀ? ਵੀ ਇਦਾਂ ਹੀ ਰਹੂਗਾ ਸਾਰਾ ਕੁਝ ਜਿੱਦਾਂ ਹੈਗਾ ਹੀ ਆ? ਵੀ ਦੇਖੋ, ਵੈਕਸੀਨ ਇੱਕ ਮੋਡੈਲਿਟੀ ਹੈਗੀ ਆ ਜਿਹੜੀ ਤੁਹਾਨੂੰ ਕੋਵਿਡ ਤੋਂ ਥੋੜਾ ਪ੍ਰੋਟੈਕਸ਼ਨ ਦਊਗੀ। ਅਸੀਂ ਮੰਨਦੇ ਆ ਜਿਹੜੀ ਮੋਡਰਨਾ ਦੀ ਔਰ ਆਕਸਫੋਰਡ ਦੀ, ਔਰ ਉਹਨਾਂ ਨੇ ਸਾਰਾ ਡੇਟਾ ਹੈਗਾ ਪੂਰੇ ਆਵਾਮ ਦੇ ਸਾਹਮਣੇ ਪੀਅਰ ਰਿਵਿਊ ਵਾਸਤੇ ਵੀ ਰੱਖਿਆ, ਮੈਡੀਕਲ ਜਰਨਲ 'ਚ ਵੀ ਪ੍ਰਕਾਸ਼ਿਤ ਹੋਇਆ। ਇੱਕ ਉਹਨਾਂ ਦੀ ਜਿਹੜੀ ਸਟੱਡੀ ਦੇ ਜਿਹੜੇ ਗਾਈਡਲਾਈਨਸ ਆ ਉਹ ਚੈੱਕ ਕੀਤੇ ਗਏ ਹੋਰ ਮਾਹਿਰਾਂ ਤੋਂ ਵੀ। ਜਿੱਦਾਂ ਆਪਾਂ ਹੁਣ ਸਮਝੋ ਘਰ ਬਣਾਉਂਦੇ ਆ ਤੇ ਇੰਸਪੈਕਟਰ ਆ ਕੇ ਇੰਸਪੈਕਸ਼ਨ ਕਰਦਾ ਹੀ ਆ ਨਾ, ਕਿਹੜਾ ਕੰਮ ਕੀਤਾ, ਫਿਰ ਉਹ ਸਲਿੱਪ ਲਾ ਜਾਂਦਾ ਵੀ ਆਹ ਚੀਜ਼ਾਂ ਰਿਪੇਅਰ ਕਰੋ। ਸੋ ਇਹਨੂੰ ਕਹਿੰਦੇ ਪੀਅਰ ਰਿਵਿਊ। ਉਹ ਇੰਸਪੈਕਟ ਪੂਰਾ ਹੋਇਆ ਵਰਲਡ ਦੇ ਸਾਰੇ ਮਾਹਿਰ ਤੋਂ, ਤੇ ਇਹ ਦੋਵੇਂ ਵੈਕਸੀਨਸ ਦੀ ਐਂਟੀਬਾਡੀਜ਼ ਵਧੀਆ ਬਣ ਰਹੀਆਂ। ਹੋਰ ਵੀ ਕੰਪਨੀਆਂ ਹੋਣਗੀਆਂ ਜਿਹੜੀਆਂ ਬਣਾ ਰਹੀਆਂ ਜਿਨ੍ਹਾਂ ਦੀ ਐਂਟੀਬਾਡੀਜ਼ ਵਧੀਆ ਹੋਊਗੀ, ਕੋਈ ਗੱਲ ਨਹੀਂ ਆ, ਲੇਕਿਨ ਉਹਨਾਂ ਨੂੰ ਪ੍ਰੋਟੋਕਾਲ ਦੇ ਅਧੀਨ ਜਾਣਾ ਪੈਂਦਾ। ਹੁਣ ਮੈਂ ਇੱਕ ਗੱਲ ਹੋਰ ਦੱਸਾਂ, ਹੁਣ ਮੋਡਰਨਾ ਨੇ ਜਿਹੜੀ ਹੈਗੀ ਆ ਬਹੁਤ ਸੋਹਣਾ ਰਿਸਰਚ ਪਬਲਿਸ਼ ਕੀਤਾ। ਅਸੀਂ ਆਲਰੇਡੀ ਕੈਨੇਡਾ ਉਹਦਾ ਪੈਸੇ ਵੀ ਉਹਨਾਂ ਨੂੰ ਬਿਆਨਾ ਦੇ ਚੁੱਕਿਆ, ਲੇਕਿਨ ਉਹ ਵੈਕਸੀਨ ਫਿਰ ਹੈਲਥ ਕੈਨੇਡਾ 'ਚ ਆਊਗੀ, ਫਿਰ ਰਿਵਿਊ ਹੋਊਗੀ, ਉਹਦਾ ਡੇਟਾ ਕਿੱਦਾਂ, ਫਿਰ ਉਹ ਪਾਸ ਹੋਊਗੀ, ਕਿਉਂਕਿ ਹਰ ਇੱਕ ਕੰਟਰੀ ਦੀ ਆਪਣੀ ਆਪਣੀ ਜੂਰਿਸਡਿਕਸ਼ਨ ਹੈਗੀ ਆ, ਆਪਣੀ ਆਪਣੀ ਅੰਡਰਟੇਕਿੰਗ ਹੈਗੀ ਆ। ਲੇਕਿਨ ਵੈਕਸੀਨ ਦੇ ਉੱਤੇ ਮੈਂ ਇਹੀ ਕਹਿੰਦਾ ਵੀ ਇੱਕ ਤਰੀਕਾ ਹੈਗਾ ਸਾਡੇ ਕੋਲ। ਦੇਖੋ, ਜਿਹੜਾ ਨਾ ਜਦੋਂ ਵੀ ਪੈਂਡੇਮਿਕ ਹੁੰਦੀ, ਕੋਈ ਵੀ ਇਹੋ ਜਿਹੀ ਨਵੀਂ ਟਰਬਲ ਹੁੰਦੀ, ਉਹਨੇ ਕਦੀ ਨਾ ਕਦੀ ਤਾਂ ਫਿਨਿਸ਼ ਹੋਣਾ, ਔਰ ਇਹ ਕੋਵਿਡ-19 ਨੇ ਵੀ ਕਦੀ ਨਾ ਕਦੀ ਤਾਂ ਫਿਨਿਸ਼ ਹੋਣਾ। ਇਹ ਮਹਾਰਾਜ ਹੀ ਜਾਣਦੇ ਕਦੋਂ ਫਿਨਿਸ਼ ਹੋਣਾ। ਉਹ ਜਾਂ ਤੇ ਵਾਇਰਸ ਹੌਲਾ ਮੱਧਮ ਪੈ ਕੇ ਕਮਜ਼ੋਰ ਹੋ ਕੇ ਆਪੇ ਡਾਈ ਡਾਊਨ ਹੋਗਾ, ਲੇਕਿਨ ਲੱਗ ਨਹੀਂ ਰਿਹਾ ਇਹਦਾ, ਕਿਉਂਕਿ ਜਿਸ ਹਿਸਾਬ ਨਾਲ ਕੇਸਿਸ ਵੱਧ ਰਹੇ। ਦੂਜਾ ਹੁੰਦਾ ਵੀ ਆਵਾਮ ਨੂੰ ਇੰਨੀ ਹੋ ਚੁੱਕਿਆ ਹੋਇਆ ਵੀ ਉਹਦੀ ਨੈਚੁਰਲ ਇਨਫੈਕਸ਼ਨ ਕਰਕੇ,
ਜਦੋਂ ਆਪਾਂ ਸਾਂਝੀ ਕਰਦੇ ਹਾਂ, ਹਿੰਦੁਸਤਾਨ ਦੇ ਕਈ ਸਲਮ ਏਰੀਆਜ਼ 'ਚ 55-57% ਲੋਕਾਂ ਨੂੰ ਹੋ ਚੁੱਕਿਆ। ਤੀਜਾ ਹੁੰਦਾ ਵੈਕਸੀਨੇਸ਼ਨ। ਲੇਕਿਨ ਵੈਕਸੀਨੇਸ਼ਨ ਵੀ ਜਿਹੜਾ ਹੈਗਾ, ਇਹ ਜ਼ਰੂਰੀ ਨਹੀਂ ਹੈ ਵੀ 100% ਹੀ ਪ੍ਰੋਟੈਕਸ਼ਨ ਦਊਗਾ। ਵੈਕਸੀਨੇਸ਼ਨ ਪਹਿਲਾਂ ਐਟ ਰਿਸਕ ਪੋਪੂਲੇਸ਼ਨ ਨੂੰ ਆਊਗਾ, ਫਿਰ ਦੂਜਿਆਂ ਨੂੰ ਮਿਲੂਗਾ। ਕੀ ਪਤਾ ਸਾਨੂੰ ਹਰ ਸਾਲ ਵੈਕਸੀਨ ਲਾਉਣਾ ਪਏ। ਲੇਕਿਨ ਬੈਸਟ ਇਹੀ ਆ ਵੀ ਅਗਰ ਆਪਣੇ ਆਪ ਨੂੰ ਅਸੀਂ, ਜਿਹੜੇ ਦੇਖੋ ਜਦੋਂ ਲੋਕਡਾਊਨ ਦਾ ਸਮਾਂ ਸੀ ਔਰ ਉਹਦੇ ਬਾਅਦ ਅਸੀਂ ਬਹੁਤ ਸੋਹਣਾ ਪਰਫਾਰਮ ਕੀਤਾ, BC ਵਰਲਡ ਦਾ ਇੱਕ ਚਾਨਣ ਮਿਨਾਰਾ ਵਾਲਾ ਮਾਡਲ ਬਣਿਆ। ਉਹ ਕਿਉਂ ਹੋਇਆ? ਕਿਉਂਕਿ ਸਾਰਿਆਂ ਨੇ ਲਿਸਨ ਕੀਤਾ ਜੋ ਡਾਕਟਰ ਬੌਨੀ ਹੈਨਰੀ ਕਹਿੰਦੇ ਸੀ, ਸੈਂਟਰ ਫॉर ਡਿਜ਼ੀਜ਼ ਕੰਟਰੋਲ ਕਹਿੰਦੇ ਸੀ, ਔਰ ਉਹੀ ਸਾਨੂੰ ਕਈ ਵਰੇ ਕਰਨਾ ਪਊਗਾ ਅਗਰ ਵੈਕਸੀਨ ਆ ਵੀ ਜਾਏ ਉਹਦੇ ਬਾਵਜੂਦ ਵੀ। ਅਮਰੀਕਾ ਦਾ ਕੀ ਬਣੂਗਾ ਜੀ? ਲਗਾਤਾਰ ਕੇਸਿਸ ਵਧੀ ਜਾਂਦੇ ਆ। ਕੱਲ ਮੌਤਾਂ ਦੀ ਗਿਣਤੀ ਦੇ ਵਿੱਚ ਵਾਧਾ ਹੋ ਗਿਆ ਉੱਥੇ। ਇਹ ਤਾਂ ਜਦੋਂ ਦੀ ਜਿਹੜੀ ਇਹ ਪੈਂਡੈਮਿਕ ਸ਼ੁਰੂ ਹੋਈ ਆ ਉਦੋਂ ਤੋਂ ਲੈ ਕੇ ਹੁਣ ਤੱਕ ਉੱਥੇ ਕੇਸਿਸ ਘਟ ਹੀ ਨਹੀਂ ਰਹੇ। ਥੋੜਾ ਚਿਰ ਘਟਦੇ ਆ, ਫਿਰ ਉੱਪਰ ਨੂੰ ਜਾਣੇ ਸ਼ੁਰੂ ਹੋ ਜਾਂਦੇ ਆ। ਇਹ ਕੀ ਅਲਟੀਮੇਟਲੀ ਹੋਊਗਾ ਕੀ ਜੀ? ਅਜੇ ਵੀ ਵਧੀ ਜਾਣਗੇ? ਅਮਰੀਕਾ ਦੇਖੋ, ਉੱਥੇ ਵਿੱਚ ਨਾ ਯੂਨੀਵਰਸਲ ਹੈਲਥ ਕੇਅਰ ਨਹੀਂ ਹੈਗਾ। ਜਿੱਦਾਂ ਕੈਨੇਡਾ, ਅਸੀਂ ਬੜੇ ਲੱਕੀ ਹਾਂ, ਅਸੀਂ ਸਵਰਗ 'ਚ ਰਹਿ ਰਹੇ ਹਾਂ, ਸਾਡਾ ਹੈਲਥ ਕੇਅਰ ਸਭ ਤੋਂ ਵੱਡਾ ਵਧੀਆ, ਔਰ ਕਿਸੇ ਨੂੰ ਇਹ ਨਹੀਂ ਹੁੰਦਾ ਵੀ ਮੇਰੇ ਜੇਬ 'ਚ ਪੈਸੇ ਨਹੀਂ ਹੈ ਤਾਂ ਮੈਨੂੰ ਹੈਲਥ ਕੇਅਰ ਨਹੀਂ ਮਿਲੂਗਾ। ਸੋ ਇੱਕ ਤਾਂ ਇਹ ਇਸ਼ੂ ਹੈਗਾ ਅਮਰੀਕਾ ਦਾ ਵੀ ਉੱਥੇ ਯੂਨੀਵਰਸਲ ਹੈਲਥ ਕੇਅਰ ਨਹੀਂ ਆ। ਦੂਜਾ, ਅਗਰ ਆਪਾਂ ਦੇਖੀਏ ਉੱਥੇ ਬਹੁਤਾਤਰ ਡੈਥ ਹੋ ਰਹੇ ਆ ਜਿਹੜੇ ਮਾਈਨੋਰਿਟੀਜ਼ ਦੇ ਆ ਔਰ ਜਿਹੜੇ ਕਲਰਡ ਲੋਕੀ ਆ। ਉਹਦੀ ਰੀਜ਼ਨ ਇਹ ਹੈਗਾ ਵੀ ਗਰੀਬੀ, ਜਿਹੜਾ ਸਲਮ ਏਰੀਆ, ਜਿਨ੍ਹਾਂ ਕੋਲ ਹੈਲਥ ਕੇਅਰ ਰਿਸੋਰਸਿਸ ਨਹੀਂ ਆ, ਜਿਨ੍ਹਾਂ ਨੂੰ ਇੰਨੀ ਨੌਲੇਜ ਵੀ ਨਹੀਂ ਹੈਗੀ, ਔਰ ਉਹਨਾਂ ਦੇ ਵਿੱਚ ਮੋਟਾਪਾ, ਡਾਇਬੀਟੀਜ਼, ਬਲੱਡ ਪ੍ਰੈਸ਼ਰ ਉਸ ਆਵਾਮ 'ਚ ਉੱਦਾਂ ਵੀ ਜ਼ਿਆਦਾ। ਅਗਰ ਆਪਾਂ ਓਨਟਾਰੀਓ ਦੀ ਗੱਲ ਕਰੀਏ, 80% ਤੋਂ ਜ਼ਿਆਦਾ ਜਿਹੜੇ ਕੇਸਿਸ ਕੋਵਿਡ ਦੇ ਉਹ ਵੀ ਕਲਰ ਲੋਕਾਂ ਦੇ ਵਿੱਚ ਹੀ ਪਾਏ ਗਏ। ਸੋ ਕਿਤੇ ਨਾ ਕਿਤੇ ਇਹ ਸੋਸ਼ੋ ਇਕਨੋਮਿਕ ਸਟਰਕਚਰ ਵੀ ਜਿਹੜਾ ਹੈਗਾ ਇਸ਼ੂ ਆ। ਦੂਜਾ, ਉਹਨਾਂ ਦੀ ਕੋਈ ਸਟ੍ਰਿਕਟ ਗਾਈਡਲਾਈਨਸ ਨਹੀਂ ਹੈਗੀਆਂ। ਸੋ ਉਹ ਇਕਨੋਮੀ ਦੇ ਮਗਰ ਪੈ ਗਏ ਵੀ ਅਸੀਂ ਇਕਨੋਮੀ ਚਲਾਉਣੀ ਆ। ਇਸ ਕਰਕੇ ਸਾਰਾ ਕੁਝ ਬਹੁਤ ਕਾਹਲੀ 'ਚ ਉਹਨਾਂ ਦਾ ਜਿਹੜਾ ਲੋਕਡਾਊਨ ਆ ਉਹ ਖੁੱਲ ਗਿਆ। ਫਿਜ਼ੀਕਲ ਡਿਸਟੈਂਸ ਨਹੀਂ ਬਹੁਤ ਰੱਖੀ ਜਾਂਦੀ, ਹਰ ਇੱਕ ਚੀਜ਼ ਓਪਨ ਹੋ ਗਈ ਉੱਥੇ। ਸੋ ਉਹ ਵੋਲੰਟੀਅਰ ਬੇਸਿਸ 'ਚ ਹੀ ਆ, ਕੋਈ ਆਪਣਾ ਜਿਹੜਾ ਬਚਾਓ ਕਰ ਰਿਹਾ। ਔਰ ਇਹ ਜਦੋਂ ਇਹੋ ਜਿਹੀ ਸਿਚੁਏਸ਼ਨ ਹੋਏ ਉਦੋਂ ਐਂਥੋਨੀ ਫਾਊਸੀ ਵੀ ਵਿਚਾਰੇ ਦੁਖੀ ਆ, ਡਾਕਟਰ ਸੰਜੇ ਗੁਪਤਾ ਵੀ ਦੁਖੀ ਆ। ਹੁਣ ਜਦੋਂ ਸਕੂਲ ਖੁੱਲੇ ਅਮਰੀਕਾ 'ਚ, ਬੱਚਿਆਂ 'ਚ ਬਹੁਤ ਹੋਇਆ ਕੋਵਿਡ, ਤੇ ਕੱਲ ਡਾਕਟਰ ਸੰਜੇ ਗੁਪਤੇ ਨੇ ਵੀ ਬਿਆਨ ਦਿੱਤਾ ਸੀ, ਮੈਂ ਆਪਣੀ 3 ਗੁੱਡੀਆਂ ਨੂੰ ਸਕੂਲੇ ਨਹੀਂ ਭੇਜਣਾ ਜਦ ਤੱਕ ਇਹ ਨਹੀਂ ਹਟਦਾ। ਕਿਉਂਕਿ ਅਮਰੀਕਾ ਦੇ ਸਕੂਲਾਂ ਦੇ ਵਿੱਚ ਕਰੀਬਨ 1 ਲੱਖ ਮਾਮਲੇ ਪਿਛਲੇ ਮਹੀਨੇ ਦੇ ਵਿੱਚ ਹੋ ਗਏ ਆ, ਕੁਝ ਡੈਥਸ ਵੀ ਹੋਈਆਂ। ਔਰ ਜਿਹੜਾ ਨਾ ਹਰ ਇੱਕ ਕੰਟਰੀ ਦਾ ਕੰਟਰੋਲ ਦਾ ਜਿਹੜਾ ਮੁਜਸਮਾ ਅਲੱਗ-ਅਲੱਗ ਹੁੰਦਾ, ਔਰ ਬ੍ਰਾਜ਼ੀਲ ਵੀ ਜਿਹੜਾ ਆਊਟ ਆਫ ਕੰਟਰੋਲ ਹੈ, ਅਮਰੀਕਾ ਵੀ ਆਊਟ ਆਫ ਕੰਟਰੋਲ ਆ। ਹਿੰਦੁਸਤਾਨ ਦੇ ਕੁਝ ਇਲਾਕੇ ਠੀਕ ਆ, ਲੇਕਿਨ ਕੁਝ ਇਲਾਕੇ ਆਊਟ ਆਫ ਕੰਟਰੋਲ ਆ। ਸੋ ਜਿੰਨੀ ਵੱਡੀ ਕੰਟਰੀ ਔਰ ਜਿੰਨੇ ਉਹਦੇ ਪ੍ਰਿੰਸੀਪਲਸ ਜਿਹੜੇ ਹੈਗੇ ਲੂਸ ਹੋਣਗੇ ਕੰਟਰੋਲ ਦੇ, ਇਹ ਵਾਇਰਸ ਓਨਾ ਹੀ ਜ਼ਿਆਦਾ ਘੁੰਮੂਗਾ, ਔਰ ਇਹੀ ਅਸੀਂ ਦੇਖ ਰਹੇ ਆ। ਇਸ ਲਈ ਮੈਨੂੰ ਲੱਗਦਾ ਵੀ ਜਿਹੜਾ ਸਾਡਾ ਬਾਰਡਰ ਦਾ ਜਿਹੜੀ ਓਪਨਿੰਗ ਆ, ਨਵੇਂ ਸਾਲ ਤੱਕ ਵੀ ਨਹੀਂ ਹੋਣੀ, ਸ਼ਾਇਦ ਉਸ ਤੋਂ ਬਾਅਦ ਹੀ ਹੋਵੇ, ਜਦ ਤੱਕ ਅਮਰੀਕਾ ਦੇ ਵਿੱਚ ਪੂਰੀ ਤਰ੍ਹਾਂ ਠੰਡਾਰਾ ਨਾ ਹੋ ਜਾਵੇ। ਭਾਰਤ ਦੇ ਵਿੱਚ ਹਾਲਤ ਥੋੜ੍ਹੀ ਜਿਹੀ ਠੀਕ ਸੀ, ਇਹ ਚੌਥੇ ਨੰਬਰ ਤੇ ਸ਼ਾਇਦ ਸੀਗਾ, ਪਰ ਹੁਣ ਖਬਰਾਂ ਆ ਰਹੀਆਂ ਕਿ ਇਹ UK ਨੂੰ ਵੀ ਪਿੱਛੇ ਛੱਡ ਗਿਆ। ਮੌਤਾਂ ਦੀ ਗਿਣਤੀ ਦੇ ਵਿੱਚ ਵੀ ਇਹ ਕਾਫੀ ਉੱਪਰ ਆ ਗਿਆ। ਕੀ ਸਿਚੁਏਸ਼ਨ ਬਣੂਗੀ ਜੀ? ਤੁਸੀਂ ਪਹਿਲਾਂ ਪ੍ਰੈਡਿਕਸ਼ਨ ਕੀਤੀ ਸੀ ਕਿ ਜੂਨ ਜੁਲਾਈ ਦੇ ਵਿੱਚ ਬਹੁਤ ਮਾੜੀ ਹਾਲਤ ਹੋਣ ਵਾਲੀ ਹੈ, ਜਿਹੜੀ ਕਿ ਸੱਚ ਸਾਬਤ ਹੋਈ। ਹੁਣ ਕੀ ਅੰਦਾਜ਼ਾ ਲੱਗ ਸਕਦਾ ਕਦੋਂ ਤੱਕ ਉੱਥੇ ਠੀਕ ਠਾਕ ਹੋਊਗਾ ਜਾਂ ਕੀ ਬਣੂਗਾ ਜੀ? ਦੇਖੋ, ਜਿਹੜਾ ਨਾ 3 ਕੰਟਰੀਆਂ ਜਿਹਦੇ ਵਿੱਚ ਅਮਰੀਕਾ, ਬ੍ਰਾਜ਼ੀਲ ਔਰ ਭਾਰਤ, ਇਹ ਕੁਝ ਮਹੀਨੇ ਤੱਕ ਅਜੇ ਇਹਨਾਂ ਦੇ ਵਿੱਚ ਸ਼ਾਂਤੀ ਨਹੀਂ ਆਉਣੀ, ਔਰ ਇਹਦੇ ਵਿੱਚ ਬਹੁਤ ਡਿਫਿਕਲਟ ਹੈਗਾ ਇਸ ਵਾਇਰਸ ਨੂੰ ਕੰਟਰੋਲ ਕਰਨਾ, ਕਿਉਂਕਿ ਵਾਇਰਸ ਤਾਂ ਹਰ ਜਗ੍ਹਾ ਹੈਗਾ। ਲੋਕੀ ਕਈ ਜਿਹੜੇ ਹੈਗੇ ਕਹਿੰਦੇ ਵੀ ਸਾਡੀ ਦਾਲ ਰੋਟੀ ਨਹੀਂ ਚੱਲਦੀ, ਅਸੀਂ ਕੀ ਕਰੀਏ, ਅਸੀਂ ਭੁੱਖੇ ਮਰੀਏ। ਸੋ ਕਈ ਰੀਜ਼ਨਸ ਹੈਗੇ ਆ। ਜਿਹੜਾ ਬਹੁਤ ਸਾਰਾ ਆਵਾਮ ਹੈਗਾ ਹਿੰਦੁਸਤਾਨ ਦਾ, ਉਹ ਦਿਹਾੜੀ ਦੇ ਉੱਤੇ ਹੈਗਾ, ਉਹ ਨਹੀਂ ਜਾਊਗਾ ਬਾਹਰ ਤੇ ਉਹਨੂੰ ਕੁਝ ਨਹੀਂ ਮਿਲਣਾ, ਉਹਦੇ ਘਰ ਰੋਟੀ ਨਹੀਂ ਪਕਣੀ। ਉਹ ਰਿਸਕ ਲੈ ਰਿਹਾ ਵੀ ਮੈਂ ਹੁਣ ਰੋਟੀ, ਆਪਣਾ ਪਰਿਵਾਰ, ਢਿੱਡ ਟੱਬਰ ਪਾਲਾਂ ਕਿ ਕੀ ਕਰਾਂ। ਇਹ ਵੀ ਇੱਕ ਬਹੁਤ ਵੱਡਾ ਦੁਖਾਂਤ ਹੈਗਾ। ਲੇਕਿਨ ਹੁਣ ਟਰਬਲ ਇਹ ਹੈਗੀ ਆ ਵੀ ਇਹ ਵਾਇਰਸ ਜਿਹੜਾ ਹੈਗਾ ਉਹ ਇਹ ਨਹੀਂ ਡਿਫਰੈਂਸ਼ੀਏਟ ਕਰਦਾ ਵੀ ਤੁਸੀਂ ਗਰੀਬ ਹੋ ਅਮੀਰ ਹੋ, ਉਹਨੇ ਤੇ ਆਉਣਾ ਹੀ ਆ, ਇਨਫੈਕਸ਼ਨ ਕਰਨਾ ਹੀ ਆ। ਔਰ ਜਿਹੜਾ ਗਰੀਬ ਇਨਸਾਨ ਆ, ਵਰਲਡ ਵਾਈਡ ਤੁਸੀਂ ਦੇਖੋਗੇ ਉਹਦੇ ਉੱਤੇ ਜ਼ਿਆਦਾ ਘਾਤਕ ਹੋਇਆ, ਜ਼ਿਆਦਾ ਮੌਤਾਂ ਵੀ ਉਹਨਾਂ ਦੀ ਹੋਈਆਂ। ਔਰ ਕਲਰਡ ਲੋਕਾਂ ਦੇ ਉੱਤੇ, ਜਿਹਦੇ ਵਿੱਚ ਆਪਾਂ ਥੋੜਾ, ਮੈਂ ਮਾਫ ਕਰਨਾ, ਬਲੈਕਸ ਕਹਿ ਸਕਦੇ ਆ, ਅਸੀਂ ਬਰਾਊਨ ਰੰਗ ਕਹਿ ਸਕਦੇ ਹਾਂ, ਜਿਹੜੇ ਮਾਈਨੋਰਿਟੀਜ਼,
ਉਹਦੇ ਉੱਤੇ ਜ਼ਿਆਦਾ ਇਹ ਹਾਵੀ ਹੋਇਆ। ਅਜੇ ਵੀ ਹਿੰਦੁਸਤਾਨ ਨੂੰ ਕੁਝ ਮਹੀਨੇ ਲੱਗਣੇ ਆ। ਮੇਰੇ ਇੱਕ ਫਰੈਂਡ ਹੈਗੇ ਡਾਕਟਰ ਗਿਰੀਸ਼ ਰਾਜ ਦਕਸ਼ਾ, ਉਹ ਮੇਰੇ ਨਾਲ ਪੜ੍ਹਦੇ ਸੀ, ਉਹ ਬੰਬੇ ਦੇ ਇੰਚਾਰਜ ਆ। ਮੇਰੇ ਕੁਝ ਦਿਨ ਪਹਿਲਾਂ ਉਹਨਾਂ ਦੇ ਨਾਲ ਗੱਲ ਹੋ ਰਹੀ ਸੀ, ਕਹਿੰਦੇ ਕੇਸਿਸ ਹਸਪੀਟਲ ਤੱਕ ਘਟੇ ਆ, ਲੇਕਿਨ ਅਜੇ ਵੀ ਵਾਇਰਸ ਤਾਂ ਧੜਾਧੜ ਫੈਲ ਰਿਹਾ। ਦੂਜੇ ਉਹਨਾਂ ਨੇ ਗੱਲ ਕੀਤੀ ਸੀ ਜਿਹੜੇ ਆਲ ਇੰਡੀਆ ਇੰਸਟੀਚਿਊਟ ਆਫ ਮੈਡੀਕਲ ਸਾਇੰਸਿਸ ਦੇ ਜਿਹੜੇ ਚੀਫ ਹੈ ਡਾਕਟਰ ਰਾਜਿੰਦਰ ਗੁਲੇਰੀਆ, ਜਿਹੜੇ ਹੈਡ ਕਰ ਰਹੇ ਪੂਰੇ ਹਿੰਦੁਸਤਾਨ ਦਾ ਮਿਸ਼ਨ, ਉਹ ਵੀ ਬੜੇ ਚਿੰਤਿਤ ਹੈਗੇ ਆ, ਜਿੱਦਾਂ ਐਂਥਨੀ ਫਾਊਸੀ ਚਿੰਤਿਤ ਹੈਗੇ ਆ ਅਮਰੀਕਾ 'ਚ। ਸੋ ਇਹ ਜਿਹੜੀਆਂ ਵੱਡੀਆਂ ਕੰਟਰੀਆਂ ਹੈਗੀਆਂ, ਇਹਦੇ ਵਿੱਚ ਰੂਲਸ ਰੈਗੂਲੇਸ਼ਨਸ ਜਿਹੜੇ ਹੈਗੇ ਆ ਆਵਾਮ ਨਹੀਂ ਫੋਲੋ ਕਰਦਾ, ਕਈ ਇਹਦੇ ਡਾਇਨਾਮਿਕਸ ਹੈਗੇ ਆ, ਲੇਕਿਨ ਇਹ ਵਾਇਰਸ ਜਾਊਗਾ ਨਹੀਂ, ਕੁਝ ਮਹੀਨੇ ਤੱਕ ਉੱਥੇ ਅਜੇ ਰਹੂਗਾ, ਮੌਤਾਂ ਦੀ ਦਰ ਵਧੂਗੀ। ਅਮਰੀਕਾ ਮੇਰੇ ਖਿਆਲ ਨਾਲ ਹੁਣ 1,60,70,000 ਦੇ ਲੱਗੇ ਆ। ਮੈਨੂੰ ਕੋਈ ਹੈਰਾਨੀ ਨਹੀਂ ਹੋਏਗੀ ਅਗਰ 2 ਲੱਖ ਤੋਂ ਉੱਤੇ ਜਾਂ ਇਵਨ 2.5 ਲੱਖ ਤੱਕ ਉੱਥੇ ਆਵਾਮ ਦੀ ਮੌਤ ਹੋ ਜਾਂਦੀ ਆ। ਹਿੰਦੁਸਤਾਨ ਦੇ ਵਿੱਚ ਕਰੀਬਨ 45-50 ਦੇ ਲੱਗੇ ਆ, ਉੱਥੇ ਵੀ ਮੇਰੇ ਖਿਆਲ ਨਾਲ 1 ਲੱਖ ਤੱਕ ਮੌਤ ਜਾਊਗੀ, ਸ਼ਾਇਦ ਜ਼ਿਆਦਾ ਹੋਊਗੀ, ਕਿਉਂਕਿ ਇਹ ਵਾਇਰਸ ਬਖਸ਼ਦਾ ਨਹੀਂ ਹੈਗਾ। ਇਹਨੇ ਆਪਣਾ ਪ੍ਰਤੋਪ ਜਾਂ ਜਿਹੜਾ ਹੈਗਾ ਇਹਨੇ ਅਸਰ ਕਰਨਾ ਹੀ ਕਰਨਾ, ਜਿਹੜਾ ਖਾਸ ਕਰਕੇ ਵਲਨਰੇਬਲ ਪੋਪੂਲੇਸ਼ਨ। ਡਾਕਟਰ ਸਾਹਿਬ, ਇੱਥੇ BC ਦੇ ਵਿੱਚ ਖਾਸ ਕਰਕੇ ਸਿਚੁਏਸ਼ਨ ਆ ਇਸ ਵੇਲੇ, ਜਿਹੜੇ ਕੇਸਿਸ ਵਧੇ ਆ ਆਉਣ ਵਾਲੇ ਦਿਨਾਂ ਦੇ ਵਿੱਚ, ਜਿੱਦਾਂ ਮਤਲਬ ਪਹਿਲਾਂ ਡਰ ਪੈ ਗਿਆ ਸੀ ਵੀ ਵੈਂਟੀਲੇਟਰ ਘਟ ਗਏ, ਵੈਂਟੀਲੇਟਰ ਮੰਗਵਾਓ, ਮਾਸਕ ਹੈ ਨਹੀਂ, ਹਸਪਤਾਲਾਂ ਦੇ ਵਿੱਚ ਬਣਨਾ ਕੀ ਆ, BC ਜਾਂ ਕੈਨੇਡਾ ਦੇ ਵਿੱਚ ਦੁਬਾਰਾ ਇਹ ਸਿਚੁਏਸ਼ਨ ਬਣ ਸਕਦੀ ਹੈ ਜੀ? ਜ਼ਰੂਰ ਬਣ ਸਕਦੀ, ਕਿਉਂ ਨਹੀਂ, ਕਿਉਂਕਿ ਅਗਰ ਆਪਾਂ ਦੇਖੀਏ ਅਸੀਂ ਬਿਲਕੁਲ 8-10 ਕੇਸਿਸ ਪਰ ਡੇ ਤੇ ਚਲੇ ਗਏ ਸੀ ਔਰ ਸਾਡੀ ਕੋਈ ਮੌਤ ਨਹੀਂ ਹੋਈ ਸੀ। ਚਲੋ ਇੱਕ ਮੌਤ ਹੋਈ ਆ ਪਿਛਲੇ 10-12 ਦਿਨ 'ਚ, ਲੇਕਿਨ ਜਿਹੜਾ ਕੇਸਿਸ ਦਾ ਵਧਣਾ ਇਹ ਵੀ ਦੱਸਦਾ ਵੀ ਵਾਇਰਸ ਐਕਟਿਵ ਆ। ਔਰ ਜਦੋਂ ਉਹ ਕੇਸਿਸ ਹੈਗੇ ਆ, ਜਦ ਤੱਕ ਡਾਇਗਨੋਸਿਸ ਹੋ ਸਕਦਾ ਹੋਰ ਲੋਕਾਂ ਨੂੰ ਵੀ ਪਾਸ ਡਾਊਨ ਹੋ ਗਿਆ। ਸੋ ਇਹ ਚੇਨ ਰਿਐਕਸ਼ਨ ਹੁੰਦਾ, 1 ਤੋਂ 2, 2 ਤੋਂ 4, 4 ਤੋਂ 16, 16 ਤੋਂ ਉਹਨੂੰ ਮਲਟੀਪਲਾਈ ਕਰੋ 16 ਦੇ ਨਾਲ। ਸੋ ਇਹ ਇੱਕ ਵੱਡਾ ਡਰ ਹੈਗਾ, ਇਸ ਲਈ ਡਾਕਟਰ ਬੌਨੀ ਹੈਨਰੀ ਨੇ 500 ਹੋਰ ਹੈਲਥ ਕੇਅਰ ਵਰਕਰ ਨੂੰ ਹਾਇਰ ਕਰਨ ਦੀ ਘੋਸ਼ਣਾ ਕੀਤੀ ਹੈ ਵੀ ਕੰਟੈਕਟ ਟ੍ਰੇਸਿੰਗ ਕੀਤੀ ਜਾਏ। ਅਗਰ ਆਪਾਂ ਕੰਟੈਕਟ ਟ੍ਰੇਸਿੰਗ ਕਰਕੇ ਲੋਕਾਂ ਨੂੰ ਆਈਸੋਲੇਸ਼ਨ ਕਰਦੇ ਹਾਂ ਤਾਂ ਫਿਰ ਆਪਾਂ ਜਿਹੜਾ ਸਪਰੈਡ ਹੈ ਉਹ ਬ੍ਰੇਕ ਡਾਊਨ ਕਰਦੇ ਹਾਂ। ਦੂਜੀ ਗੱਲ ਹੈਗੀ ਆ ਵੀ ਜਿਹੜੇ ਮਾਸਕ ਹੈਗੇ ਆ ਅਜੇ ਵੀ ਅਸੀਂ ਬਾਹਰੋਂ ਇੰਪੋਰਟ ਕਰ ਰਹੇ ਹਾਂ। ਮੈਡੀਕੌਨ ਜਿਹੜੀ ਕੰਪਨੀ ਹੈਗੀ ਕਿਊਬੈਕ ਦੀ, ਉਹਨੂੰ 10 ਸਾਲ ਦਾ ਠੇਕਾ ਦਿੱਤਾ ਸੀ $352 ਮਿਲੀਅਨ ਦਾ। ਇਹ ਕੁਝ ਮਹੀਨੇ ਪਹਿਲਾਂ ਹੋਇਆ, ਲੇਕਿਨ ਅਜੇ ਤੱਕ ਉਹ ਮਾਸਕ ਪ੍ਰੋਡਿਊਸ ਕਰ ਨਹੀਂ ਪਾਇਆ, ਅਜੇ ਵੀ ਬਾਹਰੋਂ ਹੀ ਇੰਪੋਰਟ ਹੋ ਰਿਹਾ। ਲੇਕਿਨ ਕਦੀ ਨਾ ਕਦੀ ਤੇ ਕੈਨੇਡਾ ਨੂੰ ਸੋਵਰਨ ਹੋਣਾ ਪੈਣਾ ਵੀ ਆਪਣਾ ਜਿਹੜਾ ਪਰਸਨਲ ਪ੍ਰੋਟੈਕਟਿਵ ਇਕਵਿਪਮੈਂਟ ਹੈ ਇੱਥੇ ਹੀ ਬਣਾਉਣਾ ਚਾਹੀਦਾ। ਹੁਣ ਦੇਖੋ, ਇਸ ਮਹਾਮਾਰੀ ਤੋਂ ਹਿੰਦੁਸਤਾਨ ਦੀ ਇੱਕ ਪੋਜ਼ਿਟਿਵ ਗੱਲ ਇਹ ਆਈ ਵੀ ਉਹ ਵਰਲਡ ਦੀ ਨੰਬਰ 2 ਕੰਟਰੀ ਬਣ ਗਈ ਪਰਸਨਲ ਪ੍ਰੋਟੈਕਟਿਵ ਇਕਵਿਪਮੈਂਟ ਬਣਾਉਣ 'ਚ। ਅਜੇ ਵੀ ਨੰਬਰ 1 ਕੰਟਰੀ ਚਾਈਨਾ ਹੈਗੀ ਆ, ਨੰਬਰ 2 ਹਿੰਦੁਸਤਾਨ ਬਣ ਗਈ। ਲੇਕਿਨ ਕੈਨੇਡਾ ਨੂੰ ਆਪਣੇ ਆਵਾਮ ਵਾਸਤੇ ਇੱਥੇ ਲੋਕਲੀ ਹੀ ਮਾਸਕ ਔਰ N95, N100 ਤੇ PPEs ਬਣਾਉਣੇ ਚਾਹੀਦੇ ਆ। ਉਹਦੇ ਉੱਤੇ ਗਵਰਨਮੈਂਟ ਨੂੰ ਫਿਰ ਤਵੱਜੋ ਦੇਣੀ ਚਾਹੀਦੀ ਆ। ਦੂਜੀ ਖਬਰ ਜਿਹੜੀ ਇੱਕ ਮੈਨੂੰ ਚੰਗੀ ਨਹੀਂ ਲੱਗੀ, ਜਿਹੜੀ WHO ਨੇ ਅੱਜ ਦੱਸੀ ਆ ਵੀ ਜਿਹੜਾ ਗਲਤ ਇਨਫੋਰਮੇਸ਼ਨ ਕੋਵਿਡ ਤੋਂ ਮਿਲਿਆ ਪਿਛਲੇ ਕੁਝ ਮਹੀਨਿਆਂ 'ਚ ਸੋਸ਼ਲ ਮੀਡੀਆ ਤੋਂ, ਉਹਦੇ ਨਾਲ 5,800 ਲੋਕੀ ਬਿਨਾਂ ਵਜ੍ਹਾ ਹਸਪੀਟਲ ਐਡਮਿਟ ਹੋਏ, ਕੋਵਿਡ ਕਰਕੇ ਨਹੀਂ, ਜਿਹੜੀ ਉਹਨਾਂ ਨੂੰ ਗਲਤ ਇਨਫੋਰਮੇਸ਼ਨ ਮਿਲੀ ਉਹਦੇ ਚੋਂ 800 ਲੋਕਾਂ ਨੇ ਆਪਣਾ ਦਮ ਤੋੜਿਆ ਅਲਕੋਹਲ ਜਾਂ ਸੈਨੀਟਾਈਜ਼ਰ ਪੀ ਕੇ ਜਾਂ ਹੋਰ ਗਲਤ ਗੱਲਾਂ, ਜਿੱਦਾਂ ਟਰੰਪ ਸਾਹਿਬ ਕਹਿੰਦੇ ਸੀ ਵੀ ਲਾਈਸੋਲ ਪੀ ਲਓ ਜਾਂ ਸਾਫ਼ ਕਰ ਲਓ ਜਾਂ ਹੋਰ ਕੋਈ ਦੇਸੀ ਨੁਕਤੇ। ਸੋ ਇਹ ਆਪਾਂ ਫੇਰ ਹੱਥ ਜੋੜ ਕੇ ਬੇਨਤੀ ਕਰਦੇ ਹਾਂ ਵੀ ਪਹਿਲੀ ਗੱਲ ਤਾਂ ਅਸੀਂ ਪੈਂਡੇਮਿਕ ਤੋਂ ਗੁਜ਼ਰ ਰਹੇ ਹਾਂ, ਦੂਜੀ ਗੱਲ ਸੋਸ਼ਲ ਮੀਡੀਆ 'ਚ ਜਿਹੜੀਆਂ ਚੀਜ਼ਾਂ ਹੁੰਦੀਆਂ ਸਾਰੀਆਂ ਸੱਚ ਨਹੀਂ ਹੁੰਦੀਆਂ, ਫੇਕ ਨਿਊਜ਼ ਬਹੁਤ ਹੁੰਦਾ। ਸੋ ਇਸ ਲਈ ਤੁਹਾਡੀ ਜਿਹੜੇ ਲੋਕਲ ਹੈਲਥ ਅਥਾਰਟੀ ਆ, ਸੈਂਟਰ ਫॉर ਡਿਜ਼ੀਜ਼ ਕੰਟਰੋਲ ਹੈਗਾ, ਜੋ ਉਹ ਕਹਿੰਦੇ ਆ ਉਹਦੇ ਉੱਤੇ ਪੈਰਾ ਦਿਓ, ਬਜਾਏ ਕਿ ਹੋਰ ਜਿਹੜੇ ਨੁਕਤੇ ਕਰਕੇ ਸਰੀਰ ਨੂੰ ਖਰਾਬ ਕਰ ਸਕਦੇ ਹਾਂ ਅਸੀਂ। ਡਾਕਟਰ ਸਾਹਿਬ, ਹੁਣ ਜਿਹੜਾ ਫਲੂ ਦਾ ਸੀਜ਼ਨ ਆਉਣਾ ਹੈ ਅੱਗੇ, ਜਿਹੜਾ ਨਾਰਮਲ ਫਲੂ ਹੁੰਦਾ ਥੋੜੇ ਚਿਰ ਬਾਅਦ, ਉਹ ਇੰਜੈਕਸ਼ਨ ਵਗੈਰਾ ਆਉਣੇ ਆ, ਉਹ ਲਵਾਉਣੇ ਚਾਹੀਦੇ ਆ ਜਾਂ ਇਸ ਵਾਰ ਉਹ ਲੱਗਣੇ ਆ ਜੀ? ਬਿਲਕੁਲ ਲੱਗਣੇ ਆ, ਕਿਉਂਕਿ ਜਿਹੜਾ ਨਾ ਨਾਰਮਲ ਫਲੂ ਆ, ਉਹ ਇਨਫਲੂਐਂਜ਼ਾ, ਉਹ ਆਪਣਾ ਵਾਇਰਸ ਦਾ ਜਿਹੜਾ ਜੈਨੇਟਿਕ ਕੋਡ ਹੈ ਚੇਂਜ ਕਰਦਾ ਰਹਿੰਦਾ। ਇਸ ਲਈ ਅਸੀਂ ਹਰ ਸਾਲ ਨਵੀਂ ਕਲਾਸ ਸਾਨੂੰ ਫਲੂ ਸ਼ਾਟ ਬਣਾਉਣਾ ਪੈਂਦਾ ਔਰ ਇਹਦੀ ਤਿਆਰੀ 6 ਮਹੀਨੇ ਪਹਿਲਾਂ ਸ਼ੁਰੂ ਹੋ ਜਾਂਦੀ ਆ। ਜਦੋਂ ਅਸੀਂ ਆਸਟ੍ਰੇਲੀਆ 'ਚ ਦੇਖਦੇ ਹਾਂ ਵੀ ਉੱਥੇ ਕਿਹੜਾ ਸਟ੍ਰੇਨ ਜਿਹੜਾ ਹੈਗਾ ਚੱਲ ਰਿਹਾ, ਉਹ ਸਟ੍ਰੇਨ ਸਰਕੂਲੇਟ ਹੁੰਦਾ ਵਰਲਡ ਵਾਈਡ। ਸੋ ਜਿਹੜਾ ਫਲੂ ਸ਼ਾਟ ਹੈ ਉਹ ਸਿਰਫ ਇਨਫਲੂਐਂਜ਼ਾ ਵਾਸਤੇ ਹੈਗਾ। ਜਿਹੜਾ ਫਲੂ ਵਾਇਰਸ, ਦੇਖੋ ਇਨਫਲੂਐਂਜ਼ਾ ਦਾ ਸ਼ਾਰਟ ਫਾਰਮ ਹੈਗਾ ਫਲੂ, ਇਸ ਲਈ ਫਲੂ ਨਾਮ ਪੈ ਗਿਆ, ਲੇਕਿਨ ਐਕਚੁਅਲੀ ਵਾਇਰਸ ਹੈਗਾ ਇਨਫਲੂਐਂਜ਼ਾ। ਇਨਫਲੂਐਂਜ਼ਾ ਔਰ ਕੋਵਿਡ ਤੋਂ ਇਹ ਡਿਫਰੈਂਟ ਵਾਇਰਸ ਆ ਔਰ ਉਹਦਾ ਸ਼ਾਟ ਲਾਉਣਾ ਪੈਣਾ, ਕਿਉਂਕਿ ਜਿੱਦੇ ਐਟ ਰਿਸਕ ਹੈਗੇ, ਜਿਨ੍ਹਾਂ ਨੂੰ ਐਸਮਾ ਹੈਗਾ, ਡਾਇਬਟੀਜ਼ ਹੈਗੀ ਆ, ਮੋਟਾਪਾ ਹੈਗਾ, ਜਿਹੜੇ ਕਿਡਨੀਜ਼ ਦੇ ਇਨਫੈਕਟਡ ਆ, ਜਿਹੜੇ ਦਵਾਈਆਂ ਬਹੁਤ ਲੈ ਰਹੇ ਆ, ਇਮਿਊਨ ਸਪਰੈਸਡ ਆ, ਉਹਨਾਂ ਨੂੰ ਇਨਫਲੂਐਂਜ਼ਾ ਵੀ ਤੇ ਢਾ ਸਕਦਾ।
15,000 ਤੋਂ ਜ਼ਿਆਦਾ ਐਡਮਿਸ਼ਨ ਇਨਫਲੂਐਂਜ਼ਾ ਦੀ ਕੈਨੇਡਾ 'ਚ ਹਰ ਸਾਲ ਹੁੰਦੀਆਂ ਤੇ 3500 ਲੋਕ ਦਮ ਤੋੜ ਦਿੰਦੇ ਆ ਇਨਫਲੂਐਂਜ਼ਾ ਦੀ ਕੰਪਲਿਕੇਸ਼ਨ ਕਰਕੇ, ਖਾਸ ਕਰਕੇ ਨਿਮੋਨੀਆ ਜਾਂ ਰੈਸਪੀਰੇਟਰੀ ਫੇਲੀਅਰ। ਸੋ ਉਹ ਵੀ ਜਿਹੜਾ ਵਾਇਰਸ ਹੈਗਾ ਉਹ ਮਤਲਬ ਹਰ ਸਾਲ ਦੀ ਤਰ੍ਹਾਂ ਇਸ ਸਾਲ ਫੇਰ ਆਊਗਾ। ਇੱਕ ਹੋਰ ਡਰ ਜਿਹੜਾ ਸਾਨੂੰ ਹੈਗਾ, ਔਰ ਖਾਸ ਕਰਕੇ ਮੈਂ ਆਪਣੀ ਬੇਟੀਆਂ ਦੇ ਨਾਲ ਡਿਸਕਸ ਕਰਦਾ ਕਿਉਂਕਿ ਦੋਵੇਂ ਫਰੰਟ ਲਾਈਨ 'ਚ ਆਈਸੀਯੂ 'ਚ ਕੰਮ ਕਰਦੀਆਂ, ਉਹ ਵਰੀ ਕਰਦੀਆਂ ਵੀ ਹੋ ਸਕਦਾ ਇੱਕ ਵਿਅਕਤੀ ਨੂੰ ਦੋਵੇਂ ਵੀ ਹੋ ਸਕਦੇ ਆ, ਇਨਫਲੂਐਂਜ਼ਾ ਵੀ ਹੋ ਸਕਦਾ ਔਰ ਕੋਵਿਡ ਵੀ ਹੋ ਸਕਦਾ। ਸੋ ਉਹਨਾਂ ਦੇ ਉੱਤੇ ਫਿਰ ਡਬਲ ਜਿਵੇਂ ਅਸਰ ਪਊਗਾ, ਘਾਤਕ ਜ਼ਿਆਦਾ ਹੋਊਗਾ। ਸੋ ਸਾਨੂੰ ਇਹ ਸਿਆਲ ਦੇਖਣਾ ਪੈਣਾ ਵੀ ਕਿੱਦਾਂ ਲੰਘਦਾ। ਮੈਨੂੰ ਡਰ ਹੈਗਾ ਵੀ ਇਹ ਕੇਸਿਸ ਵਧਣਗੇ ਜਿਉਂ ਜਿਉਂ ਸਿਆਲ ਆਊਗਾ, ਕਿਉਂਕਿ ਇਨਫਲੂਐਂਜ਼ਾ ਦੇ ਨਾਲ ਨਾਲ ਇਹ ਵੀ ਵਾਇਰਸ ਤਾਂ ਕਿੱਥੇ ਗਿਆ ਨਹੀਂ ਆ, ਫਿਰ ਐਕਟੀਵਿਟੀ ਫੜੂਗਾ। ਕਿਉਂਕਿ ਜਦੋਂ ਆਪਾਂ ਖੰਘਦੇ ਆ ਡ੍ਰੌਪਲੇਟ ਦੇ ਨਾਲ ਮੋਸਟਲੀ ਇਹ ਟ੍ਰਾਂਸਮਿਟ ਹੁੰਦਾ, ਮੰਨਦੇ ਆ ਥੋੜਾ ਬਹੁਤ 에ਅਰਬੋਰਨ ਹੋ ਸਕਦਾ, ਲੇਕਿਨ ਬਹੁਤਾਤਰ ਇਹ ਡ੍ਰੌਪਲੇਟ ਦੇ ਨਾਲ। ਔਰ ਸੇਮ ਥਿੰਗ ਜਿਹੜਾ ਫਲੂ ਦਾ ਵਾਇਰਸ ਹੈਗਾ, ਸੋ ਇਹ ਬਹੁਤ ਛੇਤੀ ਪਾਸ ਡਾਊਨ ਹੋਣ ਦੀ ਸੰਭਾਵਨਾ ਹੈਗੀ। ਇਸ ਲਈ ਮਾਸਕ ਲਾਇਆ ਕਰੋ, ਨਾ ਸੰਘਣੀ ਗੈਦਰਿੰਗ 'ਚ ਜਾਓ। ਸਮਰ ਜਿਹੜਾ ਹੈਗਾ ਭੁੱਲ ਜਾਓ, ਸਮਰ ਹਰ ਸਾਲ ਆਊਗਾ ਲੇਕਿਨ ਜ਼ਿੰਦਗੀ ਚਲੇਗੀ ਫਿਰ ਨਹੀਂ ਆਉਣੀ ਜੋ। ਸੋ ਇਸ ਲਈ ਇੱਕ ਅੱਧਾ ਸਮਰ ਜਿਹੜਾ ਹੈਗਾ ਕੁਰਬਾਨ ਕਰੋ, ਘਰਾਂ 'ਚ ਰਹੋ, ਲਾਗੇ ਚਾਗੇ ਰਹੋ। ਬ੍ਰਿਟਿਸ਼ ਕੋਲੰਬੀਆ ਬਹੁਤ ਸੋਹਣਾ ਹੈਗਾ, ਪੂਰਾ ਕੈਨੇਡਾ ਹੀ ਸੋਹਣਾ, ਤੁਹਾਡੇ ਲਾਗੇ ਚਾਗੇ ਕੋਈ ਨਾ ਕੋਈ ਹੋਰ ਵੀ ਸੋਹਣੀ ਚੀਜ਼ਾਂ ਹੋਣਗੀਆਂ, ਉਹਨਾਂ ਦੇ ਵਿੱਚ ਜਾਓ ਬਜਾਏ ਕਿ ਆਪਾਂ ਜ਼ਿਆਦਾ ਹੋਰ ਗੈਦਰਿੰਗ ਜ਼ਿਆਦਾ ਕਰੀਏ। ਡਾਕਟਰ ਸਾਹਿਬ, ਆਖਰੀ ਸਵਾਲ, ਇੱਕ ਗੱਲ ਕਹੀ ਜਾ ਰਹੀ ਸੀ ਵੀ ਇਹ ਵਾਇਰਸ ਆਪਣੇ ਆਪ ਹੀ ਖਤਮ ਹੋ ਜਾਣਾ ਹੋ ਸਕਦਾ ਸਮੇਂ ਦੇ ਨਾਲ, ਹੁਣ ਕੋਈ ਇੱਦਾਂ ਦੀ ਸੰਭਾਵਨਾ ਲੱਗਦੀ ਹੈ ਜੀ? ਨਹੀਂ, ਕਿਉਂਕਿ ਹੁਣ ਜਿਸ ਹਿਸਾਬ ਦੇ ਨਾਲ ਇਹਦੇ ਨੰਬਰ ਧੜਾ-ਧੜ ਵੱਧ ਰਹੇ ਆ, ਕਰੀਬਨ 1 ਮਿਲੀਅਨ ਕੁਝ ਦਿਨਾਂ ਦੇ ਵਿੱਚ ਟੱਪ ਗਿਆ, ਇਹ ਨਹੀਂ ਲੱਗਦਾ। ਇਹ ਸ਼ੁਰੂਆਤ 'ਚ ਲੱਗਦਾ ਸੀ, ਜਿੱਦਾਂ ਸਾਰਸ ਆਇਆ ਸੀ ਉਦੋਂ ਬੜਾ ਡਰ ਸੀ ਵੀ ਸਾਰਸ ਪਤਾ ਨਹੀਂ ਕੀ ਕਰ ਦੂਗਾ। 10 ਸਾਲ ਪਹਿਲੋਂ ਵੀ ਜਿਹੜਾ ਇਨਫਲੂਐਂਜ਼ਾ ਦਾ ਆਊਟਬ੍ਰੇਕ H1N1 ਦੀ ਹੋਈ ਸੀ, ਉਦੋਂ ਵੀ ਪੈਂਡੇਮਿਕ ਆ, ਉਦੋਂ ਵੀ ਬੜਾ ਡਰ ਲੱਗਦਾ ਸੀ। ਲੇਕਿਨ ਉਹ ਦੋਵੇਂ ਵਾਇਰਸ ਜਿਹੜੇ ਹੈਗੇ ਆ ਆਪੇ ਚਲੇ ਗਏ। ਲੇਕਿਨ ਇਹ ਨਹੀਂ ਲੱਗਦਾ, ਔਰ ਸਾਨੂੰ ਕੁਝ ਸਾਲ 2 ਤੋਂ 3 ਸਾਲ ਘੱਟ ਤੋਂ ਘੱਟ ਇਹਦੇ ਨਾਲ ਜੂਝਣਾ ਪੈਣਾ। ਹੌਲੀ ਹੌਲੀ ਕੰਟਰੋਲ ਹੋਊਗਾ। ਲਗਭਗ ਇਹ ਸਪੈਨਿਸ਼ ਫਲੂ ਦਾ ਹੀ ਪੈਟਰਨ ਫੋਲੋ ਕਰ ਰਿਹਾ ਜਿਹੜਾ 100 ਸਾਲ ਪਹਿਲੋਂ ਹੋਇਆ ਸੀ। ਸੋ ਸਾਡੇ ਕੋਲ ਉਹੀ ਰੈਫਰੈਂਸ ਪੁਆਇੰਟ ਆ, ਔਰ ਉਹਦੇ ਨਾਲ ਮੈਚ ਕਰਦਾ ਜਾ ਰਿਹਾ ਸਭ ਕੁਝ ਜੋ ਉਦੋਂ ਹੋਇਆ ਸੀ, ਲਗਭਗ ਉਦਾਂ ਹੀ ਹੋ ਰਿਹਾ। ਔਰ ਸਾਨੂੰ ਸੱਭੇ ਰਹਿਣਾ ਚਾਹੀਦਾ। ਮੇਰਾ ਸੁਭਾਅ ਤੁਹਾਨੂੰ ਅਫੈਕਟ ਕਰੂਗਾ, ਤੁਹਾਡਾ ਸੁਭਾਅ ਮੈਨੂੰ ਅਫੈਕਟ ਕਰੂਗਾ। ਆਪਾਂ ਜਿਹੜੀ ਗਾਈਡਲਾਈਨਸ ਮਿਲਦੀਆਂ ਤੁਹਾਡੇ ਪ੍ਰੋਵਿੰਸ਼ੀਅਲ ਹੈਲਥ ਅਥਾਰਟੀ ਤੋਂ, ਉਹ ਫੋਲੋ ਕਰੀਏ। ਡਾਕਟਰ ਸਾਹਿਬ, ਜਾਂਦੇ ਜਾਂਦੇ ਸਾਡੇ ਦਰਸ਼ਕਾਂ ਲਈ ਕੋਈ ਅਧਿਆਤਮਕ ਸੰਦੇਸ਼? ਦੇਖੋ, ਬਾਹਰ ਅੱਜ ਸੂਰਜ ਬਹੁਤ ਚਮਕ ਰਿਹਾ ਹੈ ਨਾ, ਔਰ ਰਾਤ ਨੂੰ ਚੰਦਰਮਾ ਵੀ ਹੁੰਦਾ, ਤਾਰੇ ਵੀ ਹੁੰਦੇ ਆ। ਤੇ ਆਸਾ ਕੀ ਵਾਰ 'ਚ ਮਹਾਰਾਜ ਕਹਿੰਦਾ ਜੇ ਸੋ ਚੰਦਾ ਉਗਵੇ, ਵੀ 100 ਚੰਦਰਮਾ ਇਕੱਠੇ ਕਰ ਲਓ, ਸੂਰਜ ਚੜੇ ਹਜ਼ਾਰ ਸੂਰਜ ਤੁਸੀਂ ਰੋਸ਼ਨੀ ਕਰ ਲਓ ਤੇ 100 ਚੰਦਰਮਾ ਇੱਥੇ ਚਾਨਣ ਹੁੰਦਿਆਂ ਗੁਰਬਿਨ ਕੋਰਨ ਦਾ। ਇਹ ਬਾਹਰਲਾ ਚਾਨਣਾ ਜਿਹੜਾ ਹੈਗਾ, ਇੱਕ ਸੂਰਜ ਦਾ ਸਾਨੂੰ ਮਾਣ ਨਹੀਂ ਹੈਗਾ, ਲੇਕਿਨ 1000 ਸੂਰਜ ਇਕੱਠੇ ਕਰ ਲਓ, 100 ਚੰਦਰਮਾ ਕਰ ਲਓ, ਕਿੰਨਾ ਚਾਨਣ ਹੋਗਾ। ਲੇਕਿਨ ਕਿਸੇ ਦੇ ਅੰਦਰ ਫਿਰ ਵੀ ਅੰਧੇਰਾ ਹੋ ਸਕਦਾ, ਲੇਕਿਨ ਗੁਰੂ ਸਮਰੱਥ ਆ ਅੰਦਰਲਾ ਅੰਧੇਰਾ ਦੂਰ ਕਰਨ ਵਾਸਤੇ। ਜੇ ਸੋ ਚੰਦਾ ਉਗਵੇ ਸੂਰਜ ਚੜੇ ਹਜ਼ਾਰ, ਇੱਥੇ ਚਾਨਣ ਹੁੰਦਿਆ ਗੁਰਬਿਨ ਕੋਰ ਅੰਧਾਰ। ਗੁਰਬਿਨ ਕੋਰ ਅੰਧਾਰ, ਗੁਰੂ ਬਿਨ ਸਮਝ ਨਾ ਆਵੇ। ਸਾਨੂੰ ਜੰਮਦਿਆਂ ਸਾਰ ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮੌਜੂਦ ਨੇ। ਗੁਰੂ ਧਾਰਨ ਕਰੋ, ਗੁਰੂ ਨੂੰ ਸਰੈਂਡਰ ਕਰੋ, ਜੋ ਗੁਰੂ ਕਹਿੰਦਾ ਉਹਨੂੰ ਮੰਨਿਓ। ਸੁਣਿਆ ਮੰਨਿਆ ਮਨ ਕੀਤਾ ਭਾਓ, ਤਾਂ ਗੁਰੂ ਦੇ ਨਾਲ ਜੁੜੋ। ਗੁਰੂ ਦਾ ਅਰਥ ਹੁੰਦਾ ਅੰਧੇਰਾ, ਰੂਹ ਦਾ ਅਰਥ ਹੁੰਦਾ ਉਜਾਲਾ। ਹੁਣ ਬਾਹਰ ਦੇਖੋ, ਉਜਾਲੇ ਦੇ ਮੈਂ 2 ਕਹੇ ਸੀ, ਸੂਰਜ ਚੰਦਰਮਾ, ਜੁਗਨੂ ਵੀ ਹੈਗਾ, ਤਾਰਾ ਵੀ ਹੈਗਾ, ਤੇ ਬਿਜਲੀ, ਤੇ ਅਸੀਂ ਅੱਗ ਵੀ ਬਾਲ ਸਕਦੇ ਹਾਂ, ਜਾਂ ਲਾਈਟ ਜਿਹੜੀ ਆਪਾਂ ਹੁਣ ਕ੍ਰੀਏਟ ਕੀਤੀ ਹੈ, ਟਿਊਬਲਾਈਟ ਵਗੈਰਾ। ਲੇਕਿਨ ਅੰਦਰ ਅੰਧੇਰਾ ਜੋ। ਸੋ ਬਾਹਰ ਜੋ ਇਨਫਿਨਿਟੀ ਆ, ਤੁਸੀਂ ਤੁਰੀ ਜਾਓ, ਪ੍ਰੋਬ ਭੇਜੀ ਜਾਓ, ਉਹ ਚੱਲੀ ਜਾਊਗਾ। ਕਈ ਪ੍ਰੋਬ ਵੋਏਜਰ ਜਿਹੜੇ ਗਏ ਸਾਡੇ ਸਪੇਸ ਤੋਂ ਵੀ ਬਾਹਰ ਚਲੇ ਗਏ ਜੋ 9 ਪਲੈਨਟਸ ਤੋਂ ਬਾਹਰ, ਕਿਉਂਕਿ ਬੇਅੰਤ ਆ। ਸੋ ਜਰਨੀ ਅੰਦਰ ਵੀ ਬੇਅੰਤ ਜੋ। ਤੂੰ ਬੇਅੰਤ ਕੋ ਵਿਰਲਾ ਜਾਣੇ। ਸੋ ਬੇਅੰਤ ਦੀ ਹੋਂਦ ਨਹੀਂ ਮਾਪੀ ਜਾ ਸਕਦੀ। ਜਦੋਂ ਮਹਾਰਾਜ ਨੂੰ ਪੁੱਛਿਆ ਗੁਰੂ ਨਾਨਕ ਦੇਵ ਜੀ ਨੂੰ, ਮਹਾਰਾਜ ਕਹਿੰਦੇ ਜੇ ਹੋ ਜਾਣਾ ਆਖਾਂ ਨਹੀਂ, ਕਹਿਣਾ ਕਥਨ ਨਾ ਜਾਈ। ਉਹ ਕਥਨੀ 'ਚ ਨਹੀਂ ਆ ਸਕਦਾ। ਸੋ ਉਹਦੇ 'ਚ ਆਪਾਂ ਨੂੰ ਸਰੈਂਡਰ ਕਰਕੇ ਇਮਰਸ ਹੋਣਾ ਪੈਣਾ। ਜਿੱਦਾਂ ਹੁਣ ਇੱਕ ਕੋਲੀ ਆ ਪਾਣੀ ਦੀ, ਔਰ ਬਾਹਰ ਤੁਸੀਂ ਉਹਨੂੰ ਪਾਣੀ ਦੇ ਵਿੱਚ ਫਲੋਟ ਕਰਨ ਦਿਓ, ਬਾਹਰਲਾ ਔਰ ਅੰਦਰਲਾ ਪਾਣੀ ਜਿਹੜਾ ਹੈਗਾ ਉਹ ਇੱਕ ਦੂਜੇ ਨਾਲ ਟੱਚ ਨਹੀਂ ਕਰੇਗਾ, ਕਿਉਂਕਿ ਕੋਲੀ ਦਾ ਉਹ ਬੈਰੀਅਰ ਆ। ਲੇਕਿਨ ਮਾੜਾ ਜਿਹਾ ਹੋਲ ਕਰ ਦਿਓ, ਦੋਵੇਂ ਪਾਣੀ ਇੱਕ ਮਿਕ ਹੋ ਜਾਣਗੇ। ਸੋ ਉਹਦੇ 'ਚ ਸਮਾਉਣਾ ਪਊਗਾ।
ਜਦੋਂ ਹੁਣ ਮੈਂ ਇੱਕ ਡਲੀ ਲੈ ਲਵਾਂ ਲੂਣ ਦੀ ਮੋਟੀ, ਜਿਵੇਂ ਪਹਾੜੀ ਲੂਣ ਦੀ, ਉਹਨੂੰ ਰੱਸੀ ਬਣ ਕੇ ਫਿਰ ਮੈਂ ਉਹਨੂੰ ਡ੍ਰੌਪ ਕਰੀ ਜਾਵਾਂ ਓਸ਼ਨ 'ਚ, ਵੀ ਓਸ਼ਨ ਦਾ ਡੈਪਥ ਮਿਣਾ ਕਿੱਦਾਂ ਮਿਣੂਗਾ? ਉਹਨੇ ਤੇ ਖੁਰਨਾ ਸ਼ੁਰੂ ਹੋ ਜਾਣਾ। ਸੋ ਸੇਮ ਥਿੰਗ, ਤੁਹਾਨੂੰ ਖੁਰਨਾ ਹੀ ਪੈਣਾ, ਤੁਹਾਨੂੰ ਉਹਦੇ 'ਚ ਅਸਿਮਿਲੇਟ ਹੋਣਾ ਪੈਣਾ। ਸੋ ਸ਼ਰਧਾ ਔਰ ਭਾਵਨਾ ਦੇ ਨਾਲ 1430 ਅੰਗ ਆ। ਅਗਰ ਇੱਕ ਅੰਗ ਰੋਜ਼ ਦਰਸ਼ਨ ਕਰੋਗੇ, 4-4.5 ਸਾਲ 'ਚ ਸਹਿਜ ਪਾਠ ਹੁੰਦਾ। ਅਗਰ 30 ਅੰਗ ਕਰੋਗੇ ਤਾਂ 6-7 ਮਹੀਨੇ 'ਚ ਸਹਿਜ ਪਾਠ ਹੁੰਦਾ। ਆਪਣੇ ਜੀਵਨ ਕਾਲ 'ਚ ਇੱਕ ਸਹਿਜ ਪਾਠ ਤਾਂ ਕਰ ਲਓ, ਕਿਉਂਕਿ ਮਹਾਰਾਜ ਕਹਿੰਦੇ ਪੂਰੇ ਗੁਰ ਕਾ ਸੁਨ ਉਪਦੇਸ਼, ਪੂਰੇ ਗੁਰੂ ਦੇ ਦਰਸ਼ਨ ਤਾਂ ਕਰ ਲਓ, ਕਿਉਂਕਿ ਦਰਸ਼ਨ ਦੇਖ ਹੋਤ ਨਿਹਾਲ, ਮਨ ਨਿਹਾਲ ਹੁੰਦਾ, ਮਨ ਚੜ੍ਹਦੀ ਕਲਾ 'ਚ ਰਹਿੰਦਾ। ਖੁਸ਼ ਰਹੋ, ਨਿਹਾਲ ਰਹੋ, ਹੱਸਦੇ ਰਹੋ, ਵਸਦੇ ਰਹੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਸਤੋ, ਅਸੀਂ ਗੱਲਬਾਤ ਕੀਤੀ ਡਾਕਟਰ ਪ੍ਰਗਟ ਸਿੰਘ ਭੁਰਜੀ ਹੁਣਾਂ ਨਾਲ। ਸਾਰਾ ਅੰਸ਼ ਇਹੀ ਹੈ ਉਹਨਾਂ ਦੀ ਗੱਲਬਾਤ ਦਾ ਵੀ ਜਿੰਨਾ ਵਿਚਾਰ ਰੱਖ ਸਕਦੇ ਹੋ ਰੱਖੋ। ਵਾਇਰਸ ਕਿਤੇ ਨਹੀਂ ਗਿਆ, ਜੇ ਵੈਕਸੀਨ ਆ ਵੀ ਗਈ ਉਹਦੇ ਨਾਲ ਵੀ ਕੋਈ ਜਾਦੂ ਦੀ ਛੜੀ ਨਹੀਂ ਹੈ ਕਿ ਜਿਹਦੇ ਨਾਲ ਕੁਛ ਹੋ ਜਾਣਾ। ਜਿੰਨਾ ਵਿਚਾਰ ਰੱਖ ਸਕਦੇ ਹੋ ਉਹਨਾਂ ਵਿਚਾਰ ਰੱਖੋ। ਦੋਸਤੋ, ਸੋਮਵਾਰ ਫਿਰ ਤੁਹਾਡੇ ਨਾਲ ਮੁਲਾਕਾਤ ਹੋਏਗੀ ਇੱਕ ਨਵੀਂ ਸ਼ਖਸੀਅਤ ਦੇ ਨਾਲ, ਇੱਕ ਨਵੀਂ ਗੱਲਬਾਤ ਦੇ ਨਾਲ। ਅਲਵਿਦਾ ਦੋਸਤੋ। ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।